ਵਧਾਉਂਦੇ ਹਾਂ, ਬੱਚਿਆਂ ਨੂੰ ਲਿਆਉਂਦੇ ਹਾਂ ਅਤੇ ਮਹਾਰਾਜ ਜੀ ਕਿਰਪਾ ਕਰਦੇ ਹਨ, ਆਪਾਂ ਨੂੰ ਸਹੀ ਰਸਤੇ 'ਤੇ ਤੋਰਦੇ ਹਨ। ਆਓ ਜੁੜੀਏ ਹੁਣ ਕਥਾ ਵਿਚਾਰਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਤਾ ਬਖਸ਼ਿਓ ਪਾਕ ਪਰਵਰਦੀਗਾਰ, ਰਹੀ ਮਸਤ ਰੋਜ਼ੀ ਦੇਹੋ ਹਰ ਦਇਆਰ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤੁ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤੁ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਗੰਮੀ ਅਜ਼ਮਤਾਂ ਦੇ ਥਾਪੜੇ ਨੂੰ ਲੈ ਕਰਕੇ ਖਾਲਸਾ ਰਾਜ ਦਾ ਨਿਸ਼ਾਨ ਭਾਰਤ ਵਰਸ਼ ਵਿੱਚ ਬੁਲੰਦ ਕਰਨ ਵਾਲੇ ਸਿੱਖ ਜਗਤ ਦੇ ਪਹਿਲੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੂੰ ਸਮਰਪਿਤ ਇਹ ਗੁਰਮਤਿ ਸਮਾਗਮ ਇੱਥੇ ਚੱਲ ਰਹੇ ਨੇ, ਆਪ ਸੰਗਤ ਨੇ ਪ੍ਰੇਮ ਸਹਿਤ ਸਤਿਕਾਰਯੋਗ ਰਾਗੀ ਸਿੰਘਾਂ ਪਾਸੋਂ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਸ਼ਹੀਦਾਂ ਸਤਿਪੁਰਸ਼ਾਂ ਦੀ ਵਡਿਆਈ ਗੁਰਬਾਣੀ ਦੀ ਰੌਸ਼ਨੀ ਵਿੱਚ ਗਾ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚ ਗੁਰੂ ਪਰਮੇਸ਼ਰ ਤੋਂ ਬਾਅਦ ਸੰਤ ਅਤੇ ਸ਼ਹੀਦ ਦੀ ਮਹਿਮਾ ਹੈ। ਸਭ ਤੋਂ ਬੁਲੰਦ ਜੋ ਰੁਤਬਾ ਹੈ, ਗੁਰ ਪਰਮੇਸ਼ਰ ਏਕੋ ਜਾਣ, ਸਭ ਤੇ ਵੱਡ ਸਮਰੱਥ ਗੁਰਦੇਵ। ਜਦੋਂ ਗੁਰੂ ਪਰਮੇਸ਼ਰ ਦੇ ਰੁਤਬੇ ਤੋਂ ਬਾਅਦ ਕਬੀਰ ਜੀ ਨੂੰ ਆਪਾਂ ਪੜ੍ਹਦੇ ਹਾਂ, ਉਹਨਾਂ ਦੋ ਬਚਨ ਇੱਥੇ ਪ੍ਰਗਟ ਕੀਤੇ ਨੇ, ਗਗਨ ਦਮਾਮਾ ਬਾਜਿਓ,
ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕਹੋ ਦਾਓ। ਹੁਣ ਇਹ ਜਿਹੜਾ ਬਚਨ ਹੈ, ਇੱਥੇ ਇੱਕ ਸੂਰਮੇ ਦੀ ਗੱਲ ਹੈ। ਮਨੁੱਖੇ ਜਾਮੇ ਨੂੰ ਜੰਗ ਦਾ ਮੈਦਾਨ ਦੱਸਿਆ ਹੈ। ਤੋ ਅੰਦਰ ਜੰਗ ਚੱਲ ਰਿਹਾ ਹੈ ਵਿਕਾਰਾਂ ਦੇ ਨਾਲ ਮਨ ਦਾ। ਜੇ ਤਾਂ ਮਨ ਜਿੱਤ ਗਿਆ, ਵਿਕਾਰ ਹਰ ਗਏ, ਤੋ ਪੰਜਾਂ ਨੂੰ ਜਿੱਤਣ ਵਾਲੇ ਸੂਰੇ ਨੂੰ ਸੰਤ ਕਿਹਾ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਜੋ ਫਤਿਹ ਪਾ ਲਵੇ, ਜਿਹੜਾ ਇੰਦਰੇ ਸ਼ਾਂਤ ਕਰ ਲਵੇ। ਤੇ ਜੇ ਵਿਕਾਰ ਜਿੱਤ ਜਾਣ ਤੇ ਮਨਮੁਖ ਕਹਿ ਦਿੰਨੇ ਆਪਾਂ। ਦੂਸਰੇ ਸੂਰਮੇ ਦਾ ਜ਼ਿਕਰ ਅਗਲੇ ਬਚਨ ਵਿੱਚ ਕਰਦੇ ਨੇ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਦੀਨ ਧਰਮ ਨੂੰ ਵੀ ਕਹਿੰਦੇ ਨੇ, ਗਰੀਬ ਨੂੰ ਵੀ ਕਹਿੰਦੇ ਨੇ। ਦੀਨ ਦੀ ਖਾਤਰ, ਗਰੀਬ ਦੀ ਖਾਤਰ, ਸੱਚ ਦੀ ਖਾਤਰ, ਹੱਕ ਦੀ ਖਾਤਰ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਮਰੇ, ਮਕਤਲ ਵਿੱਚ ਜੋ ਸ਼ਹੀਦ ਹੋਵੇ, ਚਾਹੇ ਸ਼ਾਂਤਮਈ ਸ਼ਹਾਦਤ ਹੈ ਤੇ ਚਾਹੇ ਜੰਗ ਲੜ ਕੇ ਸ਼ਹਾਦਤ ਪਾਵੇ, ਉਸ ਸੂਰੇ ਨੂੰ ਸ਼ਹੀਦ ਕਹਿੰਦੇ ਆ। ਔਰ ਉਹਦਾ ਅਦਬ ਹੈ ਸਿੱਖੀ ਵਿੱਚ। ਸੋ ਜਗ੍ਹਾ ਜਗ੍ਹਾ ਤੁਹਾਨੂੰ ਸੰਤ ਤੇ ਸ਼ਹੀਦਾਂ ਦੀ, ਆਪਾ ਵਾਰਨ ਵਾਲਿਆਂ ਦੀ ਵਡਿਆਈ ਬਾਣੀ ਦੇ ਵਿੱਚ ਮਿਲਦੀ ਹੈ। ਔਰ ਇਸ ਗੱਲ ਦਾ ਖਿਆਲ ਰੱਖਿਓ, ਇਹ ਕਿਧਰੇ ਨਹੀਂ ਮਿਲੇਗਾ ਵੀ ਸ਼ਾਇਦ ਕੇਵਲ ਸ਼ਹੀਦ ਦੀ ਮਹਿਮਾ ਹੈ, ਸੰਤ ਦੀ ਹੈ ਨਹੀਂ। ਨਹੀਂ, ਤੁੱਲ ਰੱਖਿਆ ਗਿਆ ਹੈ। ਮਨ ਨੂੰ ਕਾਬੂ ਵਿੱਚ ਰੱਖਿਆ, ਵਿਕਾਰ ਜਿੱਤੇ, ਤੇ ਤੁਸੀਂ ਉਸ ਸੂਰੇ ਦੀ ਗਾਥਾ ਵਾਰ-ਵਾਰ ਪੜ੍ਹੋਗੇ ਜਿਹਨੂੰ ਸੰਤ ਕਿਹਾ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਈਅਤ ਹੈ ਸੂਰਾ। ਹਰੀ ਦੇ ਰੰਗ ਵਿੱਚ ਰੰਗਿਆ ਹੋਇਆ। ਦੂਸਰਾ, ਦੀਨ ਦੀ ਖਾਤਰ ਜੂਝਣ ਵਾਲਿਆਂ ਦੀ ਜੈ ਜੈਕਾਰ ਤੇ ਸਦਾ ਰਹਿੰਦੀ ਹੈ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਘਰ ਵਿੱਚ, ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਮੀਰੀ ਤੇ ਪੀਰੀ ਦੋਵੇਂ ਪ੍ਰਗਟ ਰਹੀਆਂ ਨੇ, ਸੰਤ ਵੀ ਤੇ ਸੂਰਮੇ ਵੀ। ਦੋਵਾਂ ਦੇ ਹੀ ਆਪਾਂ ਦਿਹਾੜੇ ਮਨਾਉਂਦੇ ਹਾਂ, ਸਾਧੂਆਂ ਦੀਆਂ ਬਰਸੀਆਂ, ਸ਼ਹੀਦਾਂ ਦੇ ਸ਼ਹੀਦੀ ਸਮਾਗਮ। ਸੋ ਇਹ ਜਿਹੜੇ ਐਸੇ ਮਹਾਨ ਮਰਾਤਬੇ ਨੇ, ਵੱਡਿਆਂ ਭਾਗਾਂ ਨਾਲ ਮਿਲਦੇ ਨੇ। ਔਰ ਗੁਰਾਂ ਦੀ ਅਜ਼ਮਤ ਵੇਖੋ ਤੁਸੀਂ, ਇੱਕ ਮੁਜੱਸਮੇ ਵਿੱਚ, ਸਰੀਰ ਵਿੱਚ ਸੰਤ ਤੇ ਸ਼ਹੀਦ ਪੈਦਾ ਕਰ ਦਿੰਦੇ ਨੇ, ਜਿਹਨੂੰ ਸੰਤ ਸਿਪਾਹੀ ਕਹਿ ਦਿੰਦੇ ਆਪਾਂ। ਅੱਜ ਜਿਹਦੀ ਯਾਦ ਵਿੱਚ ਬੈਠੇ ਆ, ਉਹ ਸੰਤ ਹੋਣ ਦੇ ਨਾਲ ਨਾਲ ਸੂਰਾ, ਸ਼ਹਾਦਤ ਦੀ ਅਵਧੀ ਵਾਨਣ ਵਾਲਾ ਮਹਾਂਪੁਰਸ਼ ਵੀ ਹੈ। ਸਿੱਖ ਜਗਤ ਵਿੱਚ ਹੀ ਐਸਾ ਹੋਇਆ, ਨਹੀਂ ਤੇ ਬਹੁਤਿਆਂ ਧਰਮਾਂ ਵਿੱਚ ਵੇਖੋਗੇ ਜਾਂ ਸੰਤ ਹੋਵੇਗਾ ਜਾਂ ਸੂਰਾ ਹੋਵੇਗਾ। ਕਿਉਂਕਿ ਸੰਤ ਦੀ ਦੁਨੀਆ ਬੜੀ ਕੋਮਲ ਹੈ, ਫੁੱਲਾਂ ਵਰਗੀ ਹੈ। ਸੂਰੇ ਦੀ ਦੁਨੀਆ ਕੰਡਿਆਂ ਵਰਗੀ ਹੈ, ਕਠੋਰ ਹੈ। ਸੰਤ ਗਊ ਵਰਗਾ ਹੈ, ਸੂਰਾ ਸ਼ੇਰ ਵਰਗਾ ਹੁੰਦਾ ਹੈ। ਦੋਵੇਂ ਪੱਖ ਸਿੱਖੀ ਵਿੱਚ ਇਸ ਲਈ ਨੇ ਵੀ ਜਿਹੜਾ ਸੰਤ ਹੈ ਨਾ, ਬਹੁਤੀ ਨਿਰਮਾਣਤਾ ਵਿੱਚ ਉਤਰ ਜਾਵੇ ਤੇ ਕਈ ਵਾਰ ਗੁਲਾਮੀ ਦੇ ਬੰਧਨ ਪੈ ਜਾਂਦੇ ਨੇ। ਜਿਵੇਂ ਭਾਰਤ ਵਰਸ਼ ਤੇ ਪਏ, 1000 ਵਰੇ ਦੇ ਇਰਦ ਗਿਰਦ ਗੁਲਾਮ ਰਹਿਣਾ ਪੈ ਗਿਆ। ਕਿਉਂਕਿ ਅਧਿਆਤਮਿਕਤਾ ਦਾ ਇੰਨਾ ਉਪਦੇਸ਼ ਸੀ ਜੀ, ਨਾਮ ਜਪੋ ਨਾਮ ਜਪੋ। ਉਹ ਜਪਦੇ ਰਹੇ, ਸ਼ਸਤਰ ਛੱਡ ਦਿੱਤਾ। ਤੋ ਮੁੱਠੀ ਪਰ ਫੌਜਾਂ ਲੈ ਕੇ ਬਾਬਰ ਵਰਗੇ ਆਏ, ਮਹਿਮੂਦ ਗਜ਼ਨਵੀ ਵਰਗੇ ਆਏ, ਭਾਰਤ ਗੁਲਾਮ ਹੋ ਗਿਆ। ਸੰਗਲ ਗਊਆਂ ਨੂੰ ਪੈਂਦੇ ਨੇ, ਸ਼ੇਰਾਂ ਨੂੰ ਨਹੀਂ। ਤੇ ਜਿਨ੍ਹਾਂ ਵਿੱਚ ਨਿਰਾ ਸਾਹਸ ਰਿਹਾ, ਦਲੇਰੀ ਰਹੀ, ਸੂਰਬੀਰਤਾ ਰਹੀ, ਕੋਮਲਤਾ ਭੁੱਲ ਗਏ, ਉਹ ਨਿਰਦਈ ਹੋ ਗਏ। ਉਹ ਬਾਬਰ ਬਣ ਗਏ, ਜਾਬਰ ਬਣ ਗਏ,
ਜ਼ੁਲਮੀ ਬਣ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਜੂਦ ਵਿੱਚ ਕੋਮਲਤਾ ਤੇ ਕਠੋਰਤਾ ਰੱਖੀ। ਜਿਵੇਂ ਫੁੱਲ ਦੀ ਡਾਲੀ ਤੱਕਿਓ, ਖੁਸ਼ਬੋਈ ਦਿੰਦਾ ਹੈ ਸਭਨਾਂ ਨੂੰ, ਕੋਮਲਤਾ ਦਾ ਪ੍ਰਤੀਕ ਹੈ, ਤੇ ਜੇ ਕੋਈ ਤੋੜਨ ਆਵੇ ਤੇ ਅੱਗੇ ਕੰਡੇ ਲੱਗੇ ਹੋਏ ਨੇ। ਸੋ ਸਿੱਖੀ ਦਾ ਇਹ ਸਿਧਾਂਤ ਹੈ। ਇਹਦੇ ਤੋਂ ਪਹਿਲਾਂ ਇਹ ਸਿਧਾਂਤ ਦੁਨੀਆ ਤੇ ਨਹੀਂ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਨੂੰ ਇਕੱਠਿਆਂ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਬੁਲੰਦੀਆਂ ਤੇ ਲਿਜਾਇਆ। ਹੁਣ ਸੰਤ ਸਿਪਾਹੀਆਂ ਦੀ ਗਾਥਾ ਸਿੱਖ ਜਗਤ ਦੇ ਵਿੱਚ ਚੱਲਦੀ ਹੈ। ਸ਼ਹੀਦ ਲਫ਼ਜ਼ ਪਰਸ਼ੀਅਨ ਦਾ ਹੈ। ਇਹਦਾ ਕੋਈ ਵਾਹ ਵਾਸਤਾ ਨਹੀਂ ਭਾਰਤ ਵਰਸ਼ ਨਾਲ, ਨਾ ਕਿਸੇ ਆਪਣੇ ਗ੍ਰੰਥ ਨਾਲ। ਹੁਣ ਇਹ ਜਿਹੜਾ ਲਫ਼ਜ਼ ਹੈ, ਜਦੋਂ ਮਹਿਮੂਦ ਗਜ਼ਨਵੀ ਭਾਰਤ ਵਿੱਚ ਆਉਂਦਾ ਹੈ, ਰਾਜ ਕਰਦਾ ਹੈ, ਕੁਰਾਨ ਪ੍ਰਚਲਿਤ ਹੋਈ, ਤਾਂ ਇਹ ਲਫ਼ਜ਼ ਨਾਲ ਹੀ ਆ ਗਿਆ। ਕੁਰਾਨ ਦੇ ਨਾਲ ਨਾਲ ਹਦੀਸ ਵਿੱਚ ਆਉਂਦਾ ਹੈ। ਹਰ ਧਰਮ ਦੇ ਦੋ ਪੱਖ ਹੁੰਦੇ ਨੇ, ਧਿਆਨ ਦਿਓ। ਇੱਕ ਤੁਹਾਨੂੰ ਨਾ ਸ਼ੈਤਾਨੀ ਨਾਲ ਨਾਅਰਾ ਦਿੱਤਾ ਜਾਂਦਾ ਜੀ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ। ਇੱਦਾਂ ਕਿੱਥੇ ਲਿਖਿਆ ਹੈ? ਇਹ ਠੀਕ ਹੈ, ਸਤਿਗੁਰ ਜਾਗਤਾ ਹੈ ਦਿਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਇੱਕ ਮੰਨਿਆ ਅਸੀਂ, ਇਹਦਾ ਮਤਲਬ ਇਹ ਨਹੀਂ ਵੀ ਦੂਜੇ ਗ੍ਰੰਥਾਂ ਦਾ ਅਦਬ ਛੱਡ ਦਿੱਤਾ ਹੈ, ਉਹਨਾਂ ਨੂੰ ਮੰਨਦੇ ਨਹੀਂ ਅਸੀਂ। ਪਿਓ ਇੱਕ ਹੀ ਹੁੰਦਾ ਹੈ, ਚਾਚੇ ਤਾਂ ਇਹ ਘਰੋਂ ਨਹੀਂ ਕੱਢੇ ਜਾਂਦੇ। ਤੁਹਾਨੂੰ ਸਮਝ ਲੱਗੇਗੀ ਵੀ ਇਹ ਆਦ ਬਾਣੀ ਨਾਲ ਦਸਮ ਦੀ ਕੀ ਲੋੜ ਹੈ। ਹਰ ਧਰਮ ਵਿੱਚ ਦੋ ਪੱਖ ਨੇ। ਹੁਣ ਕੁਰਾਨ ਧਾਰਮਿਕ ਗ੍ਰੰਥ ਹੈ ਇਸਲਾਮ ਦਾ। ਹਦੀਸ ਉਹ ਬਚਨ ਨੇ ਮੁਹੰਮਦ ਜੀ ਦੇ, ਜਿਨ੍ਹਾਂ ਦੇ ਅਕੋਰਡਿੰਗ ਮੁਸਲਮਾਨ ਜੀਵਨ ਬਤੀਤ ਕਰਦਾ ਹੈ। ਰਹਿਤਨਾਮਾ, ਸ਼ਖਸੀ ਰਹਿਣੀ ਕੈਸੀ ਚਾਹੀਦੀ ਹੈ, ਮੁਸਲਮਾਨ ਦੀ ਹਦੀਸਾਂ ਵਿੱਚ ਮਿਲੇਗਾ। ਇੱਦਾਂ ਹੀ ਸਨਾਤਨ ਮਤ ਵਿੱਚ ਹੈ। ਧਾਰਮਿਕ ਗ੍ਰੰਥ ਉਹਨਾਂ ਦੇ ਵੇਦ ਨੇ, ਸ਼੍ਰੀ ਭਗਵਤ ਗੀਤਾ ਹੈ, ਔਰ ਕੁਝ ਸ਼ਖਸੀ ਰਹਿਣੀ ਭਗਵਤ ਗੀਤਾ ਵਿੱਚ ਮਿਲਦੀ ਹੈ। ਪਰ ਉਹਨਾਂ ਦੇ ਰਹਿਤਨਾਮੇ ਕੀ ਨੇ? ਸ਼ਾਸਤਰ। ਇੱਦਾਂ ਹੀ ਸਿੱਖ ਜਗਤ ਹੈ। ਧਾਰਮਿਕ ਗ੍ਰੰਥ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ, ਤੋ ਕੁਝ ਦਸਮ ਬਾਣੀ ਹੈ। ਬਾਕੀ ਦਸਮ ਵਿੱਚ ਜੋ ਇਤਿਹਾਸ ਹੈ ਜੰਗਾਂ ਯੁੱਧਾਂ ਦਾ, ਉਹਦੇ ਵਿੱਚ ਖਾਲਸੇ ਦੀ ਰਹਿਣੀ ਬਹਿਣੀ ਹੈ, ਨਾਲ ਰਹਿਤਨਾਮੇ ਨੇ। ਇਉਂ ਹਮੇਸ਼ਾ ਇਹ ਦੋ ਪੱਖ ਹੋਏ ਨੇ। ਕੋਈ ਆਪਣਾ ਨਵੇਕਲਾ ਵੱਖਰਾ ਪੱਖ ਨਹੀਂ ਹੈ ਸਿੱਖਾਂ ਦਾ ਵੀ ਦੋ ਪੱਖ ਕਿਉਂ ਰੱਖੇ ਗਏ। ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਉੱਧਰ ਅਕਾਲ ਤਖਤ ਸ਼ਕਤੀ ਦਾ ਕੇਂਦਰ ਹੈ। ਪੰਜ ਪਾਤਸ਼ਾਹੀਆਂ ਭਗਤੀ ਦੀ ਮੂਰਤ ਰਹੀਆਂ, ਤੇ ਛੇਵੇਂ ਬਾਪੂ ਨੇ ਤਲਵਾਰ ਉਠਾ ਲਈ, ਸ਼ਕਤੀ ਦੀ ਮੂਰਤ ਪੈਦਾ ਹੋਈ। ਤੋ ਜਿਹੜਾ ਤਰਕ ਹੈ ਇਹ ਬੱਚਿਆਂ ਵਾਲਾ ਹੀ ਹੈ। ਵੈਸੇ ਤੇ ਕੋਈ ਸਿਆਣਪ ਚੋਂ ਤੇ ਤਰਕ ਪੈਦਾ ਹੁੰਦਾ ਨਹੀਂ, ਅਧੂਰੇ ਦਿਮਾਗ ਚੋਂ ਹੀ ਪੈਦਾ ਹੁੰਦਾ ਹੈ। ਕਾਕਾ ਪੁੱਛਦਾ ਹੁੰਦਾ ਨਾ ਮੇਲੇ ਤੇ ਜਾ ਕੇ ਵੀ ਪਾਪਾ ਆਹ ਬਾਜੀ ਕੀ ਹੈ ਤੇ ਆਹ ਖਿਡੌਣਾ ਕਿਹੜਾ ਹੈ। ਇਹ ਤਰਕਵਾਦੀ ਪ੍ਰਚਾਰਕ ਬਸ ਇੰਨੀ ਕੁ ਔਕਾਤ ਰੱਖਦੇ ਨੇ। ਸਿਆਣਾ ਬੰਦਾ ਸਵਾਲਾਂ ਦੇ ਜਵਾਬ ਦਿੰਦਾ ਹੈ, ਸਵਾਲ ਨਹੀਂ ਉਠਾਉਂਦਾ, ਉਹਦੇ ਕੋਲ ਜਵਾਬ ਹੁੰਦੇ ਨੇ। ਹੁਣ ਕਹਿ ਦੇਣਾ ਜੀ ਗੁਰੂ ਨਾਨਕ ਸਾਹਿਬ, ਤੁਸੀਂ ਕਹਿ ਦਿੱਤਾ ਭਗਤੀ ਦਾ ਪੱਖ ਰੱਖਦੇ ਨੇ, ਛੇਵੇਂ ਪਾਤਸ਼ਾਹ ਸ਼ਕਤੀ ਦਾ। ਤੁਸੀਂ ਕਹਿਤਾ ਜੀ ਆਦ ਗ੍ਰੰਥ ਭਗਤੀ ਦਾ ਪੱਖ ਰੱਖਦੇ ਨੇ, ਦਸਮ ਗ੍ਰੰਥ ਸ਼ਕਤੀ ਦਾ। ਕੀ ਆਦ ਗ੍ਰੰਥ ਅਧੂਰੇ ਨੇ? ਤੇ ਮੈਂ ਸਵਾਲ ਕਰਦਾ ਵੀ ਕੀ ਗੁਰੂ ਨਾਨਕ ਅਧੂਰੇ ਸੀ? ਮਾਲਾ ਫੇਰ ਛੱਡੀ ਉਦੋਂ ਤਲਵਾਰ ਫੜ ਲੈਂਦੇ, ਛੇਵੇਂ ਜਾਮੇ 'ਚ ਕਿਉਂ ਤਲਵਾਰ ਚੁੱਕੀ ਹੈ? ਨਹੀਂ, ਅਧੂਰੇ ਨਹੀਂ। ਅਕਾਲ ਪੁਰਖ ਵੱਲੋਂ ਲੱਗੀਆਂ ਡਿਊਟੀਆਂ ਨੇ, ਔਰ ਕਿਵੇਂ ਨਿਭਾਉਣੀਆਂ ਨੇ ਇਹ ਉਹਨਾਂ ਨੂੰ ਪਤਾ ਹੈ। ਜਿੱਥੇ ਮੀਰੀ ਦੀ ਬਾਤ ਹੈ ਉੱਥੇ ਸ਼ਕਤੀ ਚੱਲੀ, ਪੀਰੀ ਦੀ ਬਾਤ ਹੈ ਭਗਤੀ ਚੱਲੀ। ਹਰਿਮੰਦਰ ਸਾਹਿਬ ਅਧੂਰਾ ਥੋੜ੍ਹੀ ਸੀ ਵੀ ਅੱਗੇ ਸ਼ਕਤੀ ਦਾ ਕੇਂਦਰ ਅਕਾਲ ਤਖਤ ਬਣਾਉਣਾ ਪੈ ਗਿਆ, ਅਕਾਲ ਬੁੰਗਾ ਬਣਾਉਣਾ ਪੈ ਗਿਆ। ਦੇਖੋ ਇਹ ਕੌਤਕ ਗੁਰਾਂ ਦੇ ਰਚੇ ਹੋਏ ਨੇ। ਹਰ ਗੱਲ ਦਾ ਜਵਾਬ ਕੋਈ ਨਹੀਂ ਦੇ ਸਕਦਾ। ਇਹ ਸਾਰੇ ਜਵਾਬ ਆਪਣੇ ਕੋਲ ਆ ਗਏ ਕਥਾਵਾਚਕਾਂ, ਆਪਾਂ ਤਾਂ ਗੁਰੂ ਦੇ ਤੁੱਲ ਹੋ ਗਏ। ਤੋ ਬਾਣੀ ਕਹਿ ਰਹੀ ਹੈ ਗੁਰੂ ਸਮਰੱਥ ਹੈ, ਬੰਦੇ ਦੇ ਪੱਲੇ ਕੁਝ ਨਹੀਂ ਹੈ। ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ। ਗੁਰੂ ਲਈ ਲਫ਼ਜ਼ ਆ ਰਿਹਾ ਹੈ ਗੁਰੂ ਸਮਰੱਥ ਹੈ, ਗੁਰ ਸਮਰੱਥ, ਗੁਰ ਨਿਰੰਕਾਰ,
ਗੁਰ ਊਚਾ ਅਗਮ ਅਪਾਰ। ਗੁਰੂ ਇਜ਼ ਦਾ ਸੁਪਰੀਮ ਲਾਰਡ। ਗੁਰੂ ਵਰਗੀ ਕਿਸੇ ਦੀ ਹਸਤੀ ਨਹੀਂ ਹੈ। ਖੈਰ, ਹਦੀਸਾਂ ਵਿੱਚ ਇਹ ਬਚਨ ਆਇਆ ਹੈ, ਸ਼ਹੀਦ ਤੇ ਕੁਰਾਨ ਵਿੱਚ ਆਇਆ ਹੈ। ਭਾਰਤ ਦੇ ਗ੍ਰੰਥਾਂ ਵਿੱਚੋਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਫ਼ਜ਼ ਆਇਆ ਹੈ। ਰਵਿਦਾਸ ਜੀ ਦੀ ਬਾਣੀ 'ਚ, ਗੁਰੂ ਨਾਨਕ ਦੀ ਬਾਣੀ 'ਚ, ਉਹਦੇ ਬਾਅਦ ਭਾਈ ਗੁਰਦਾਸ ਜੀ ਦੀ ਬਾਣੀ 'ਚ ਆਇਆ ਹੈ। ਹੁਣ ਉਹਦੇ ਬਾਅਦ ਸਾਡੇ ਲੋਕਾਂ ਨੇ, ਵਿਦਵਾਨਾਂ ਨੇ ਕਿਤਾਬਾਂ ਲਿਖੀਆਂ, ਇਹ ਬਚਨ ਲੈ ਲਿਆ। ਵੈਸੇ ਸਿੱਖ ਜਗਤ ਦੇ ਗ੍ਰੰਥਾਂ ਤੋਂ ਬਿਨਾਂ ਸਨਾਤਨ ਮਤ ਦੇ ਕਿਸੇ ਗ੍ਰੰਥ ਵਿੱਚ ਇਹ ਲਫ਼ਜ਼ ਨਹੀਂ ਆਉਂਦਾ। ਸ਼ਹੀਦ, ਸ਼ਹਾਦਤ, ਇਹ ਲਫ਼ਜ਼ ਆਉਂਦਾ ਹੈ ਜੋ ਸੱਚ ਦੀ ਗਵਾਹੀ ਦਿੰਦੇ ਨੇ ਉਹਨਾਂ ਲਈ। ਕਈ ਵਾਰ ਆਪਾਂ ਵੇਖਿਆ ਨਾ, ਕੋਰਟ ਵਿੱਚ ਆਵਾਜ਼ ਪੈਂਦੀ ਹੈ, ਚੱਲ ਭਾਈ ਤੇਰਾ ਸ਼ਹਾਦਤ ਦੇਣ ਦਾ ਸਮਾਂ ਹੈ, ਤੋ ਤੇ ਸਹੁੰ ਵੀ ਖਵਾਉਂਦੇ ਵੀ ਸੱਚ ਦੀ ਗਵਾਹੀ ਦੇਣੀ ਹੈ। ਇੱਕ ਅਰਥ ਤੇ ਇਹ ਹੈ ਸ਼ਹਾਦਤ ਦੇਣੀ, ਸੱਚ ਲਈ ਖਲੋਣਾ। ਦੂਸਰਾ ਭਾਵ ਹੈ ਦੀਨ ਲਈ ਸਿਰ ਦੇਣਾ, ਆਪਾ ਵਾਰਨਾ। ਹੁਣ ਲਫ਼ਜ਼ ਕੁਰਾਨ ਦਾ ਹੈ, ਹਦੀਸ ਦਾ ਹੈ, ਪਰਸ਼ੀਅਨ ਲੈਂਗੁਏਜ ਦਾ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ। ਪਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਅੱਜ ਤਾਈਂ 10 ਲੱਖ ਦੇ ਇਰਦ ਗਿਰਦ ਕੁਰਬਾਨੀਆਂ ਨੇ ਸਿੱਖਾਂ ਦੀਆਂ। ਇਉਂ ਜਾਪਦਾ ਹੈ ਇਹ ਲਫ਼ਜ਼ ਬਣਿਆ ਹੀ ਸਿੱਖਾਂ ਦੇ ਲਈ ਹੈ। ਔਰ ਇਸ ਲਫ਼ਜ਼ ਦੀ ਵਡਿਆਈ ਨੂੰ 4 ਚੰਨ ਵੀ ਸਿੱਖਾਂ ਨੇ ਲਾਏ ਨੇ। ਪਹਿਲਾਂ ਕੋਈ ਬਹੁਤੀ ਅਹਿਮੀਅਤ ਨਹੀਂ ਸੀ ਰੱਖਦਾ ਇਹ ਲਫ਼ਜ਼। ਇੱਕ ਸ਼ਹੀਦੀ ਵੱਡੀ ਮੰਨੀ ਗਈ ਇਸਲਾਮ ਵਿੱਚ ਹੁਸੈਨ ਦੀ, ਕਰਬਲਾ ਦੇ ਮੈਦਾਨ ਅੰਦਰ। ਤੋ ਉਹ ਦਾਅਵਾ ਕਰਦੇ ਨੇ ਮੁਸਲਮਾਨ ਵੀਰ ਵੀ ਕਰਬਲਾ ਤੋਂ ਇਸਲਾਮ ਫਿਰ ਜਾਗ ਉੱਠਿਆ। ਇੱਕ ਸ਼ਹੀਦ ਦੀ ਕੁਰਬਾਨੀ ਐਸੀ ਅਹਿਮੀਅਤ ਰੱਖਦੀ, ਇੰਨਾ ਅਦਬ ਹੈ। ਔਰ ਕਰਬਲਾ ਦੇ ਮੈਦਾਨ ਨੂੰ ਕਾਬੇ ਤੋਂ ਬਾਅਦਾਂ ਅਦਬ ਦਿੰਦਾ ਹੈ ਮੁਸਲਮਾਨ। ਤੋ ਸਾਡੇ ਤੇ ਜਗ੍ਹਾ ਜਗ੍ਹਾ ਸ਼ਹੀਦਾਂ ਦੇ ਸਥਾਨ ਨੇ ਭਾਰਤ ਵਰਸ਼ ਵਿੱਚ, ਜਗ੍ਹਾ ਜਗ੍ਹਾ ਕਰਬਲਾ ਹੈ। ਇਹ ਮਹਾਨਤਾ ਹੈ ਸਿੱਖ ਜਗਤ ਦੀ। ਬਾਕੀ ਕਈ ਸੋਚ ਵੀ ਲੈਂਦੇ ਨੇ ਜੀ ਆਪਣੀ ਗਿਣਤੀ ਕਿਉਂ ਥੋੜ੍ਹੀ ਹੈ। ਇਹ ਗੱਲ ਨਹੀਂ ਹੁੰਦੀ। ਗਿਣਤੀਆਂ ਮਿਣਤੀਆਂ ਨਾਲ ਬੁਲੰਦ ਹਸਤੀ ਹੈ ਕਿਸੇ ਦੀ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ। ਹੀਰੇ ਥੋੜ੍ਹੇ ਹੁੰਦੇ ਨੇ, ਕੱਚ ਬੜਾ ਹੋਇਆ ਕਰਦਾ ਹੈ। ਸੋ ਇਹ ਢਹਿੰਦੀ ਕਲਾ ਵਿੱਚ ਜਾਣ ਵਾਲੀ ਕੋਈ ਗੱਲ ਨਹੀਂ ਹੁੰਦੀ। ਬਾਕੀ ਸਿੱਖੀ ਨੂੰ ਪ੍ਰਫੁੱਲਤ ਕਲਗੀਧਰ ਨੇ ਰੱਖਣਾ ਹੈ। ਆਪਾਂ ਤੇ ਵਾਧੂ ਦਾ ਹੀ ਵਹਿਮ ਪਾਲਿਆ ਹੁੰਦਾ ਵੀ ਸਾਡੇ ਮੋਢਿਆਂ 'ਤੇ ਹੀ ਸਿੱਖੀ ਖਲੋਤੀ ਹੈ। ਸੋ ਭਾਈ ਸਾਹਿਬ, ਭਾਈ ਨੰਦ ਲਾਲ ਫਾਰਸੀ ਦੇ ਵਿੱਚ ਇਹ ਬਚਨ ਕਹਿੰਦੇ ਨੇ ਸ਼ਹੀਦਾਂ ਦੀ ਵਡਿਆਈ ਵਿੱਚ, ਐ ਬੁਲ ਫਜ਼ੂਲ ਗੋਇਆ ਅਜ਼ ਇਸ਼ਕੇ ਓ ਮਜ਼ੰਦਮ ਕੋਪਾ ਨਿਹਦ ਦਰੀ ਰਾਹਾ ਆ ਰਾ ਕਿ ਸਰਨਾ ਬਾਸ਼ਦ। ਕਹਿੰਦਾ ਮੈਂ ਵੇਖਿਆ ਹੈ ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਨੇ ਨਾ, ਇਸ਼ਕ ਕਰਦੇ ਨੇ, ਉਹਨਾਂ ਦੇ ਧੜਾਂ ਉੱਤੇ ਸਿਰ ਨਹੀਂ ਹੁੰਦੇ। ਤੂੰ ਵਾਧੂ ਦੇ ਦਾਅਵੇ ਛੱਡ ਦੇ ਵੀ ਗੁਰੂ ਨਾਲ ਪ੍ਰੇਮ ਬੜਾ ਕਰਦਾ ਹੈ। ਗੱਪਾਂ ਮਾਰਨੀਆਂ ਭਾਈ ਨੰਦ ਲਾਲ ਕਹਿੰਦੇ ਛੱਡ ਦੇ, ਬੁਲ ਫਜ਼ੂਲ, ਵਿਅਰਥ ਬਕਵਾਸ ਕਰਨੀ, ਗੱਪਾਂ ਮਾਰਨੀਆਂ। ਮੈਂ ਸਿੱਖ, ਮੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਕਹਿੰਦੇ ਕੁਝ ਵੀ ਨਹੀਂ ਕਮਾਈ ਤੇਰੀ। ਜਿਨ੍ਹਾਂ ਦੀ ਕਮਾਈ ਹੈ ਉਹਨਾਂ ਦੇ ਧੜ ਤੇ ਸਿਰ ਨਹੀਂ ਹੁੰਦੇ, ਭਾਵ ਉਹ ਦੀਨ ਲਈ ਸਿਰ ਦੇ ਜਾਂਦੇ ਨੇ। ਐਸੀ ਉਹਨਾਂ ਦੀ ਪਹੁੰਚ ਹੈ, ਅਜ਼ਮਤ ਹੈ। ਸੋ ਬਾਣੀ ਵਿੱਚ ਤੁਸੀਂ ਪੜ੍ਹਦੇ ਹੋ, ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ। ਉਹ ਸਿਰ ਲਾ ਕੇ ਸੁੱਟ ਦਿੰਦੇ ਨੇ ਗੁਰੂ ਦੇ ਲਈ, ਭਾਵ ਜਦੋਂ ਲੋੜ ਪੈਂਦੀ ਹੈ ਆਪਾ ਵਾਰ ਦਿੰਦੇ ਨੇ ਦੀਨ ਦੇ ਲਈ। ਖੈਰ, ਬਾਬਾ ਬੰਦਾ ਸਿੰਘ ਬਹਾਦਰ ਦਾ ਆਗਾਜ਼ ਕੱਤਕ ਸੁਦੀ 13 ਸੰਮਤ 1727 ਭਾਰਤ ਵਰਸ਼ ਦੀ ਦੇਵ ਭੂਮੀ ਤੇ ਪਿੰਡ ਰਾਜੌੜੀ, ਰਿਆਸਤ ਪੁਣਛ, ਕਸ਼ਮੀਰ ਦੇ ਇਲਾਕੇ ਵਿੱਚ ਹੋਇਆ। ਸ਼੍ਰੀ ਰਾਮਦੇਵ ਭਰਦਵਾਜ, ਇਹ ਗੋਤਰ ਬ੍ਰਾਹਮਣਾਂ ਚੋਂ ਵੀ ਹੈ, ਕੁਝ ਰਾਜਪੂਤ ਵੀ ਹੁੰਦੇ ਨੇ।
ਤੋਂ ਜ਼ਿਆਦਾ ਪ੍ਰਚਲਿਤ ਹੈ ਜੀ। ਇਹ ਪਰਿਵਾਰ ਰਾਜਪੂਤਾਂ ਦਾ ਸੀ। ਇਹ ਨਾਮ ਰੱਖਦੇ ਨੇ ਆਪਣੇ ਫਰਜ਼ੰਦ ਦਾ ਲਛਮਣ ਦਾਸ। ਆਗਾਜ਼ ਹੋਇਆ, ਜੀਵਨ ਕਾਲ ਵਿੱਚ 4 ਗੁਰੂ ਧਾਰੇ ਨੇ ਲਛਮਣ ਦਾਸ ਨੇ। ਰਾਜੌਰੀ ਪੁੰਛ ਦੇ ਇਲਾਕੇ ਵਿੱਚ ਜਾਨਕੀ ਪ੍ਰਸਾਦ ਵੈਰਾਗੀ ਨੂੰ ਗੁਰੂ ਧਾਰਿਆ। ਫਿਰ ਸਾਧੂ ਰਾਮਦਾਸ ਨੂੰ, ਰਾਮ ਥੰਮਣ ਇੱਧਰ ਲਾਹੌਰ ਦਾ ਜ਼ਿਲ੍ਹਾ ਸੀ ਉਦੋਂ, ਉਹਨੂੰ ਗੁਰੂ ਧਾਰਿਆ। ਫਿਰ ਜੋਗੀ ਔਗੜਨਾਥ ਨੂੰ ਨਾਸਕ ਦੱਖਣ ਦੇ ਇਲਾਕੇ ਵਿੱਚ ਗੁਰੂ ਧਾਰਿਆ। ਜਦੋਂ ਨਾ ਮਨ ਟਿਕਿਆ ਫਿਰ ਅਖੀਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨੰਦੇੜ ਗੁਰੂ ਧਾਰਿਆ। ਦੇਖੋ, ਜਿਹੜਾ ਸਾਗਰ ਤਾਈਂ ਚਲਿਆ ਜਾਵੇ ਨਦੀਆਂ ਛੁੱਟ ਜਾਂਦੀਆਂ ਨੇ, ਜਿਹਦੇ ਹੱਥ ਹੀਰਾ ਆ ਜਾਵੇ ਕਾਚਾ ਪੇ ਡਿੱਗ ਪੈਂਦਾ ਹੈ। ਤਿਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਸਭ ਤੇ ਵੱਡਾ, ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰੋਂ ਉਪਦੇਸ਼ ਮਿਲ ਗਿਆ ਹੈ, ਉਹਨਾਂ ਨੂੰ ਫਿਰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਰਹਿੰਦੀ, ਨਾ ਕਬਰਾਂ ਤੇ ਨਾ ਮੂਰਤਾਂ ਅੱਗੇ। ਪਰ ਸਾਡਾ ਇੱਕ ਪੱਖ ਇਹ ਵੀ ਹੈ, ਕਬਰਾਂ ਵਾਲਿਆਂ ਨੂੰ ਕਬਰਾਂ ਮੁਬਾਰਕ ਹੈ, ਮੂਰਤਾਂ ਵਾਲਿਆਂ ਨੂੰ ਮੂਰਤਾਂ ਮੁਬਾਰਕ ਨੇ। ਸਾਨੂੰ ਇਹ ਨਹੀਂ ਆਖਿਆ ਵੀ ਜਾ ਕੇ ਅਗਲੇ ਦਾ ਘਰ ਭੰਨ ਆਓ। ਬਾਣੀ ਕਿਸੇ ਵੀ ਸਿਧਾਂਤ ਨੂੰ ਕੱਟਦੀ ਨਹੀਂ ਹੈ। ਪਖੰਡ ਦਾ ਖੰਡਨ ਹੈ, ਚੰਗਿਆਈ ਦਾ ਮੰਡਨ ਹੈ। ਤੋ ਆਪਣੀ ਧਰਮ ਦੀ ਜਿਹੜੀ ਪਰਿਭਾਸ਼ਾ ਹੈ, ਪ੍ਰੇਮ ਨਾਲ ਪ੍ਰਫੁੱਲਤ ਕਰਨ ਦਾ ਸਿੱਖਾਂ ਨੂੰ ਹੁਕਮ ਹੈ, ਧੱਕੇ ਨਾਲ ਨਹੀਂ, ਲਾਲਚ ਨਾਲ ਵੀ ਨਹੀਂ। ਥੋੜ੍ਹੇ ਬਹੁਤੇ ਪੈਸੇ ਵੰਡ ਕੇ ਹੀ ਲੋਕਾਂ ਨੂੰ ਈਸਾਈ ਬਣਾ ਲੈਂਦੇ ਨੇ, ਕ੍ਰਿਸਚਨ। ਅਤੇ ਮੈਂ ਸੋਚਦਾ ਜੇ ਕਰੋਨਾ ਦੇ ਵਿੱਚ ਹੀ ਸਿੱਖ ਇਹ ਧਾਰ ਲੈਂਦੇ ਨਾ ਵੀ ਲੰਗਰ ਉਹਨੂੰ ਦੇਣਾ ਜਿਹੜਾ ਸਿੱਖ ਬਣੇ, ਆਕਸੀਜਨ ਦੇ ਸਿਲੰਡਰ ਉਹਨੂੰ ਦੇਣੇ ਨੇ ਜਿਹੜਾ ਅੰਮ੍ਰਿਤ ਛਕੇ, ਅਤੇ ਮੈਨੂੰ ਲੱਗਦਾ ਆਪਣੀ ਕਰੋੜਾਂ 'ਚ ਆਬਾਦੀ ਵੱਧ ਸਕਦੀ ਹੈ। ਪਰ ਸਾਨੂੰ ਹੁਕਮ ਨਹੀਂ ਗੁਰਾਂ ਦਾ, ਕਿਉਂਕਿ ਜਿਹੜਾ ਅੱਜ 4 ਟਕਿਆਂ 'ਤੇ ਵਿਕਿਆ ਹੈ, ਕੱਲ੍ਹ ਨੂੰ 8 ਮਿਲ ਗਏ ਅਤੇ ਛਾਲ ਮਾਰ ਕੇ ਦੂਜੀ ਬੇੜੀ 'ਚ। ਇਹਨਾਂ ਦੀ ਹਸਤੀ ਇੰਨੀ ਕੀ ਹੁੰਦੀ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰਾਂ ਦੀ ਕਿਰਪਾ ਹੋਈ, ਫਿਰ ਬੜੀਆਂ ਮੱਲਾਂ ਮਾਰੀਆਂ। ਸਮਾਣਾ 1709 ਵਿੱਚ ਜਿੱਤਿਆ, ਸਡੌਰਾ 1710 ਵਿੱਚ ਜਿੱਤਿਆ, ਚੱਪੜ ਚਿੜੀ ਦਾ ਮੈਦਾਨ ਮਾਰਿਆ, ਸਰਹੰਦ ਮਾਰੀ 1710 ਦੇ ਵਿੱਚ। ਗਰਮੀਆਂ ਸਨ ਆਹੀ ਦਿਨ। ਸਰਹੰਦ 36 ਲੱਖ ਆਮਦਨੀ ਵਾਲਾ ਸੂਬਾ ਸੀ ਉਦੋਂ, ਤਾਂ ਕਰਕੇ ਮੁਗਲੀਆ ਸਲਤਨਤ ਵਿੱਚ ਜ਼ਿਆਦਾ ਮਸ਼ਹੂਰ ਹੈ ਸੂਬਾ ਸਰਹੰਦ। ਸਹਾਰਨਪੁਰ ਜਿੱਤਿਆ, ਕਰਨਾਲ ਜਿੱਤੇ, ਇਹ ਵੀ 1710 ਵਿੱਚ। ਇੱਕ ਤੋਂ ਬਾਅਦ ਇੱਕ ਜਿੱਤ ਹਾਸਲ ਕੀਤੀ। ਲਾਡਵਾ ਜਿੱਤਿਆ, ਅਮੀਨਗੜ੍ਹ ਜਿੱਤਿਆ, ਲੋਹਗੜ੍ਹ ਜਿੱਤਿਆ। ਫਿਰ 1711 ਵਿੱਚ ਬਹਿਰਾਨਪੁਰ ਜਿੱਤਿਆ। ਫਿਰ ਅਖੀਰ ਗੁਰਦਾਸ ਨੰਗਲ ਗ੍ਰਿਫਤ ਵਿੱਚ ਆਏ 1715। ਤੋਂ ਉਹਦੇ ਬਾਅਦ ਸ਼ਹਾਦਤ ਦੀ ਅਵਧੀ ਮਾਣੀ। ਲਕਸ਼ਮਣ ਦਾਸ ਆਪਣੇ ਪਿਤਾ ਦੇ ਨਾਲ ਸ਼ਿਕਾਰ ਨੂੰ ਚੜ੍ਹਦਾ ਹੈ, ਕਿਉਂਕਿ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕੀਤਾ ਜਾ ਰਿਹਾ ਹੈ। ਰਾਜਪੂਤ ਨੇ, ਪਿਤਾ ਨੇ ਸਿਖਲਾਈ ਦਾ ਪ੍ਰਬੰਧ ਕੀਤਾ ਸੀ, ਚੰਗਾ ਸ਼ਿਕਾਰੀ ਬਣ ਗਿਆ, ਸ਼ਸਤਰ ਵਿੱਦਿਆ ਵਿੱਚ ਨਿਪੁੰਨਤਾ ਹਾਸਲ ਹੋ ਗਈ। ਤੋ ਇੱਕ ਦਿਨ ਕਹਿੰਦੇ ਨੇ ਹਿਰਨੀ ਦਾ ਸ਼ਿਕਾਰ ਖੇਡਿਆ। ਬਾਹਰੋਂ ਕਿਰਿਆ ਸੂਰਿਆਂ ਵਾਲੀ ਸੀ, ਅੰਦਰੋਂ ਬੜਾ ਨਰਮ ਦਿਲ ਸੀ। ਜਦੋਂ ਹਿਰਨੀ ਦਾ ਪੇਟ ਚਾਕ ਕਰਨ ਲੱਗਾ ਤੇ ਉਹ ਬੱਚਾ ਤੜਫਦਾ ਹੋਇਆ ਆ ਗਿਆ। ਠੇਸ ਪਹੁੰਚੀ ਮਨ ਨੂੰ, ਹਿਰਨੀ ਤੜਪ ਕੇ ਮਰ ਗਈ, ਬੱਚਾ ਤੜਪ ਕੇ ਮਰ ਗਿਆ। ਤੋ ਮਨ ਦੇ ਵਿੱਚ ਡੂੰਘਾ ਅਸਰ ਹੋਇਆ, ਵੈਰਾਗ ਆ ਗਿਆ। ਦੇਖੋ, ਮੈਂ ਇੱਕ ਬੇਨਤੀ ਕਰ ਦੇਵਾਂ, ਅਸੀਂ 2 ਪੱਖ ਇੰਟਰਮਿੰਗਲ ਕਰਦੇ ਹਾਂ। ਸੰਤ ਨੂੰ ਪੁੱਛੋਗੇ ਮਾਸ ਖਾਣਾ ਇਹ ਉਹਦੇ ਲਈ ਗੁਨਾਹ ਹੈ, ਜੀਵ ਹੱਤਿਆ ਹੈ। ਸੂਰਮੇ ਨੂੰ ਪੁੱਛੋਗੇ ਮਾਸ ਦੀ ਪਾਤ,
ਤੇ ਉਹ ਕਵੇਗਾ ਛਤਰੀਆਂ ਦੀ ਕਿਰਿਆ ਹੈ, ਸ਼ਸਤਰ ਲਹੂ ਮੰਗਦੇ ਨੇ। ਸੰਤ ਨੂੰ ਪੁੱਛੋਗੇ ਇਹ ਠੀਕ ਹੈ ਮਾਸ ਖਾਣਾ, ਤੇ ਉਹ ਕਵੇਗਾ ਨਹੀਂ, ਬੜੀਆਂ ਉਹਦੇ ਕੋਲ ਗੁਰਮਤਿ ਦੀਆਂ ਪੰਕਤੀਆਂ ਨੇ। ਸੂਰਮੇ ਨੂੰ ਪੁੱਛੋਗੇ ਉਹਦੇ ਕੋਲ ਵੀ ਬੜੀਆਂ ਪੰਕਤੀਆਂ ਨੇ। ਅਸਲ ਇੱਥੇ ਮਸਲਾ ਖੜਾ ਹੋ ਜਾਂਦਾ ਹੈ। ਇੱਕ ਪੱਖ ਆਪਣਾ ਸਿਧਾਂਤ ਦੂਜੇ ਤੇ ਥੋਪਦਾ ਹੈ ਤੇ ਦੂਜਾ ਤੀਜੇ ਤੇ। ਦੇਖੋ, ਚਾਹੇ ਸਾਡਾ ਪਰਿਵਾਰ ਬਾਬਾ ਬਿਧੀ ਚੰਦ ਦਾ ਪਰਿਵਾਰ ਹੈ, ਤੇ ਨਿਹੰਗ ਸਿੰਘ ਡਲੇ ਛਕਦੇ ਨੇ, ਮੈਂ ਕਦੇ ਮਾਸ ਨੂੰ ਮੂੰਹ ਨਹੀਂ ਲਾਇਆ, ਕਿਉਂਕਿ ਮੇਰੀ ਦੁਨੀਆ ਪ੍ਰਚਾਰ ਦੀ ਦੁਨੀਆ ਹੈ, ਸੰਤਾਂ ਵਾਲੀ ਦੁਨੀਆ ਹੈ, ਮੈਨੂੰ ਲੋੜ ਵੀ ਨਹੀਂ ਹੈ। ਸੂਰਿਆਂ ਦੀ ਦੁਨੀਆ, ਜੰਗਲਾਂ ਵਿੱਚ ਰਹਿਣਾ, ਮੈਦਾਨੇ ਜੰਗ ਵਿੱਚ ਰਹਿਣਾ, ਇਹ ਉਦੋਂ ਜੋ ਵੱਜਦਾ ਸੀ ਡਲੇ ਅਦਕ ਛਕ ਲਿਆ ਕਰਦੇ ਸਨ। ਪਰ ਜਿਹੜਾ ਜਵਾਨ ਦੇ ਚਸਕੇ ਲਈ ਕੋਈ ਮਾਸ ਖਾਂਦਾ ਹੈ, ਦੇਖੋ ਇਹ ਤਾਂ ਜੀਵ ਹੱਤਿਆ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਜਿੱਦਾਂ ਦੀ ਜੋਤ ਸਾਡੇ ਵਿੱਚ ਹੈ, ਉੱਦਾਂ ਦੀ ਜੀਵ ਜੰਤੂਆਂ ਵਿੱਚ ਹੈ। ਪਰ ਸੂਰਿਆਂ ਦਾ ਜਿਹੜਾ ਕਰਮ ਹੈ, ਕਈ ਕਹਿ ਦਿੰਦੇ ਜੀ ਹਜੂਰ ਸਾਹਿਬ ਬੜਾ ਤਰਕ ਚੱਲਦਾ, ਉਹ ਜੀ ਉਹ ਚਟੰਗਾ ਝਟਕਾਉਂਦੇ, ਉਹ ਤਿਲਕ ਲਾਉਂਦੇ ਸ਼ਸਤਰਾਂ ਨੂੰ, ਸ਼ਸਤਰਾਂ ਦੀ ਖੁਰਾਕ ਮੰਨੀ ਗਈ ਹੈ। ਇਸ ਗੱਲ ਨੂੰ ਸਮਝਿਓ, ਪਹਿਲਾਂ ਸੂਰੇ ਸ਼ਿਕਾਰ ਖੇਡਦੇ ਸੀ, ਜਗ੍ਹਾ ਜਗ੍ਹਾ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਦੇ ਸਥਾਨ ਬਣੇ ਨੇ, ਸ਼ੇਰਾਂ ਦੇ ਸ਼ਿਕਾਰ ਖੇਡੇ। ਖੈਰ, ਗੁਰੂ ਦੀ ਖੇਡ ਹੋਰ ਹੈ, ਉਹ ਮੁਕਤੀ ਦਾ ਦਾਤਾ ਹੈ, ਉਹ ਜਿਹਦਾ ਸ਼ਿਕਾਰ ਖੇਡੇਗਾ ਉਹ ਮੁਕਤ ਹੋਵੇਗਾ। ਸਤਿਗੁਰ ਦਾਤਾ ਮੁਕਤ ਕਰਾਏ। ਸੂਰੇ ਯੁੱਧ ਅਭਿਆਸ ਲਈ ਸ਼ਿਕਾਰ ਖੇਡਦੇ ਸਨ, ਉਹ ਸ਼ਿਕਾਰ ਤੇ ਬੈਨ ਲੱਗ ਗਿਆ ਤੇ ਉਹ ਚਟੰਗਾ ਝਟਕਾਉਂਦੇ ਨੇ ਹਜ਼ੂਰ ਸਾਹਿਬ ਵਾਲੇ। ਦੂਸਰਾ, ਉਹ ਕਹਿੰਦੇ ਨੇ ਜੇ ਅਸੀਂ ਚਟੰਗਾ ਝਟਕਾਉਨੇ ਆ ਤੇ ਧਰਮ ਲਈ ਸਿਰ ਵੀ ਦਿੰਨੇ ਆ, ਹੋਇਆ ਵੀ ਹੈ। ਹਜ਼ੂਰ ਸਾਹਿਬੋਂ ਕਾਰ ਸੇਵਾ ਵਾਲੇ 40 ਸਿੰਘ ਆਏ ਸੀ ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ 1984 ਵਿੱਚ, ਭਾਰਤ ਵਰਸ਼ ਦੀ ਹਕੂਮਤ ਨਾਲ, ਇੰਦਰਾ ਨਾਲ ਲੜਨ, ਸ਼ਹੀਦੀਆਂ ਵੀ ਪਾਈਆਂ ਉਹਨਾਂ। ਹੁਣ ਗੱਲ ਇਹ ਹੈ ਵੀ ਬਹਾਨਾ ਬਣਾ ਕੇ ਸੂਰਿਆਂ ਦਾ ਅਸੀਂ ਸਵਾਦ ਲਈ ਜਦੋਂ ਛਕਦੇ ਹਾਂ, ਕਰਨਾ ਕਤਰਨਾ ਧਰਮ ਲਈ ਕੁਝ ਹੈ ਨਹੀਂ ਹੈ, ਇਹ ਨਿਬੇੜਾ ਹੋਣਾ ਹੈ। ਇਸ ਗੱਲ ਦਾ ਖਿਆਲ ਰੱਖੀ। ਮੈਂ ਤੁਹਾਨੂੰ ਉਦਾਹਰਣ ਦੇ ਦਿੰਦਾ, ਜਦੋਂ ਪਰਿਵਾਰ ਵਿੱਚ ਕਿਸੇ ਦੇ ਚੋਟ ਲੱਗੇ ਨਾ, ਤੇ ਉਹ ਡਾਕਟਰ ਕਹਿੰਦਾ ਇਹਦੇ 12-13 ਟੰਕੇ ਲੱਗਣੇ ਨੇ, ਆਓ ਇਹਦੇ ਲਾਈਏ। ਉਹ ਡੂੰਘਾ ਜ਼ਖਮ ਹੈ, ਚੀਰ ਫੜ ਬੜੀ ਕਰਦਾ, ਹਿੰਮਤ ਨਹੀਂ ਪੈਂਦੀ ਵੀ ਅੱਖਾਂ ਨਾਲੋਂ ਵੇਖੀਏ ਟੰਕੇ ਲੱਗਦੇ। ਓਪਰੇਟ ਹੁੰਦਾ, ਦਿਲ ਕੱਚਾ ਹੋਣ ਲੱਗ ਪੈਂਦਾ ਆਮ ਬੰਦੇ ਦਾ। ਜਿੰਨੇ ਲਹੂ ਦਾ ਰੰਗ ਨਹੀਂ ਵੇਖਿਆ, ਉਹ ਖੂਨ ਦੀ ਦਲਦਲ ਵਿੱਚ ਜੰਗ ਨਹੀਂ ਲੜ ਸਕਦਾ। ਤੇ ਉਦਾਹਰਣ ਇੱਕੋ ਹੀ ਲੱਭਦੀ ਹੈ ਤੁਹਾਨੂੰ ਸੰਤ ਜਰਨੈਲ ਸਿੰਘ ਹੁਣਾਂ ਵਾਲੀ, ਇਹਦੇ ਬਿਨਾਂ ਉਦਾਹਰਣ ਵੀ ਨਹੀਂ ਲੱਭਦੀ। 350 ਸਾਲ ਚੋਰ, ਉਹਦੀ ਹਸਤੀ ਕੁਝ ਐਸੀ ਹੈ। ਉਹ ਮਾਸ ਦੇ ਨੇੜੇ ਨਹੀਂ ਗਿਆ, ਪਰ ਮੈਦਾਨੇ ਜੰਗ ਵਿੱਚ ਉਹਨੇ ਮਾਸ ਦੇ ਲੋਥੜੇ ਉਡਾ ਦਿੱਤੇ, ਇਹ ਉਹਦੀ ਪਹੁੰਚ ਹੈ। ਪਰ ਉਹਦੇ ਤੋਂ ਲਹਿਦਾ ਜਿੰਨੇ ਵੀ ਜੰਗ ਯੁੱਧ ਨੇ, ਸਿੰਘ ਲੜਦੇ ਰਹੇ ਨੇ, ਨਿਹੰਗ ਸਿੰਘ ਇਹ ਸ਼ਿਕਾਰ ਖੇਡਦੇ ਰਹੇ ਨੇ। ਇਹ ਸਾਇੰਟੀਫਿਕਲੀ ਪ੍ਰੂਵਨ ਹੈ। ਹੁਣ ਡਾਕਟਰ ਜਿਹੜਾ ਆਪਰੇਟ ਕਰਦਾ, ਉਹਨੂੰ ਕਿਉਂ 6 ਮਹੀਨੇ ਆਖਿਆ ਜਾਂਦਾ ਵੀ ਤੇਰੀ ਥਿਊਰੀ ਪੂਰੀ ਹੈ, ਤੂੰ ਡਾਕਟਰ ਨਹੀਂ ਬਣਿਆ, ਜਾ ਕੇ ਪ੍ਰੈਕਟੀਕਲੀ ਕਿਸੇ ਡਾਕਟਰ ਕੋਲ ਚੀਰ ਫੜ ਕਰਨੀ ਸਿੱਖ, ਡੱਡੂ ਚੀਰਿਆ ਕਰ ਜਾ ਕੇ, ਤੇਰੇ ਹੱਥ ਨਾ ਕੰਬਣ ਜਦੋਂ ਆਪਰੇਟ ਕਰੇ ਤੂੰ। ਸੂਰੇ ਸ਼ਿਕਾਰ ਇਸ ਲਈ ਖੇਡਦੇ ਸਨ, ਚਟੰਗੇ ਇਸ ਲਈ ਝਟਕਦੇ ਸਨ, ਜ਼ੁਬਾਨ ਦੇ ਸਵਾਦ ਲਈ ਨਹੀਂ। ਬਹਿਸਮ ਬਹਿਸਾ ਇਸ ਵਿਸ਼ੇ ਤੇ ਜਿੰਨਾ ਮਰਜ਼ੀ ਕਰੋ, ਪਰ ਆਥੈਂਟਿਕਲੀ ਇਹੀ ਗੱਲ ਹੈ। ਉਹਦਾ ਕਾਰਨ ਇਹੀ ਸੀ ਵੀ ਲਹੂ ਦਾ ਰੰਗ ਵੇਖਿਆ ਹੈ ਤੇ ਲਹੂ ਵਹਾਇਆ ਜਾ ਸਕਦਾ ਹੈ। ਸਿਰ ਲੈਣ ਵਾਲੇ ਹੀ ਸਿਰ ਦੇ ਸਕਦੇ ਨੇ, ਤੇ ਜਿਨ੍ਹਾਂ ਕੰਡਾ ਨਹੀਂ ਖਾਧਾ ਉਹ ਮੈਦਾਨੇ ਜੰਗ ਵਿੱਚ ਨਹੀਂ ਨੱਚ ਸਕਦੇ ਨੰਗੀਆਂ ਤਲਵਾਰਾਂ ਤੇ। ਸੋ ਇਹ ਸੂਰਿਆਂ ਦਾ ਸਿਧਾਂਤ ਸੀ। ਸੰਤ ਦੀ ਦੁਨੀਆ ਵਿੱਚ ਤੇ ਫਿਰ ਸਿੱਧਾ ਲਿਖਿਆ ਹੈ, ਜੀਆ ਕੋਹਤ ਨਾ ਸੰਗੈ ਪ੍ਰਾਣੀ। ਤੈਨੂੰ ਸ਼ਰਮ ਨਹੀਂ ਆਉਂਦੀ ਜੀਵ ਹੱਤਿਆ ਕਰਦੇ ਨੂੰ? ਤੂੰ ਸੰਤ ਹੈ, ਤੂੰ ਨਿਰਮਾਣ ਹੈ। ਇਹ ਮੈਂ ਕਥਾਵਾਚਕ ਹੋਣ ਦੇ ਨਾਤੇ ਥੋਪ ਸਕਦਾ ਹੈ ਵੀ ਭਾਈ ਇਹ ਜੀਵ ਹੱਤਿਆ ਗੁਨਾਹ ਹੈ, ਸੂਰਿਆਂ ਕਿਉਂ ਕੀਤੀ? ਇਹ ਤਗਮਾ ਮੇਰਾ ਦਿੱਤਾ ਹੈ, ਤੂੰ ਪਾਪ ਕੀਤਾ। ਅਸਲ ਇਹਦਾ ਨਿਆਂ ਪਰਮਾਤਮਾ ਕਰਦਾ ਹੈ। ਤੋ ਸੰਤ ਆਪਣੀ ਦੁਨੀਆ ਵਿੱਚ ਠੀਕ ਹੈ, ਸੂਰਾ ਆਪਣੀ ਦੁਨੀਆ ਵਿੱਚ ਠੀਕ ਹੈ। ਜੇ ਗਲਤ ਹੁੰਦਾ ਤਾਂ ਫਿਰ ਮਹਾਰਾਜ ਆਪ ਹੀ ਸ਼ਿਕਾਰ ਡੱਕ ਦਿੰਦੇ। ਤੋ ਤਾਂ ਆਪ ਖੇਡਦੇ ਰਹੇ ਨੇ। ਸੋ ਯਾਦ ਰੱਖਿਓ, ਸੰਤ ਦੀ ਦੁਨੀਆ ਵਿੱਚ 8-60 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਦਇਆ ਵਰਗਾ ਕੋਈ ਧਰਮ ਨਹੀਂ ਹੈ। ਹੁਣ ਦੂਜੇ ਬੰਨੇ ਇਹ ਵੀ ਤਰਕ ਹੋ ਸਕਦਾ, ਅੱਛਾ
ਦਇਆ ਵਰਗਾ ਧਰਮ ਨਹੀਂ। ਫਿਰ ਬਾਬਾ ਕਨ੍ਹਈਆ ਤੇ ਹੋ ਗਿਆ ਉੱਚਾ, ਤੇ ਜਿਹੜੇ ਮੁਗਲਾਂ ਨੂੰ ਵੱਢ ਰਹੇ ਨੇ ਉਹ ਤੇ ਨੀਵੇਂ ਹੋ ਗਏ। ਉਹ ਸੂਰੇ ਦੀ ਦੁਨੀਆ ਹੈ। ਬਾਬਾ ਕਨ੍ਹਈਆ ਸੰਤ ਦੀ ਦੁਨੀਆ 'ਚ ਵਿਚਰਿਆ। ਉਹ ਟੁੱਟਿਆਂ ਭੱਜਿਆਂ ਵੱਢਿਆਂ ਟੁੱਕਿਆਂ ਨੂੰ ਜਲ ਛਕਾ ਰਿਹਾ ਹੈ। ਦੂਜੇ ਬੰਨੇ ਸਿਪਾਹੀ ਵੱਢ ਰਹੇ ਨੇ। ਇੱਦਾਂ ਹੀ ਸੂਰੇ ਸ਼ਿਕਾਰ ਖੇਡਦੇ ਸਨ ਤੇ ਸਾਧੂ ਨਿਰਮਾਣ ਰਹਿੰਦਾ ਸੀ। ਸੋ ਇਹ ਦੋ ਪੱਖ ਚੱਲੇ ਨੇ ਦੁਨੀਆ ਵਿੱਚ। ਖੈਰ, ਇੱਥੇ ਕੋਈ ਝਗੜਾ ਕਰਨ ਦੀ ਲੋੜ ਨਹੀਂ ਹੁੰਦੀ। ਆਪਣੀ ਦੁਨੀਆ ਵੇਖੋ, ਸਾਡਾ ਕਰਮ ਕਿਹੜਾ ਹੈ, ਤਾਂ ਉਸ ਹਿਸਾਬ ਦੇ ਨਾਲ ਜੀਵਨ ਬਤੀਤ ਕਰਦਾ ਹੈ ਖਾਲਸਾ। ਹੁਣ ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਜਾਣ ਤੋਂ ਪਹਿਲਾਂ ਇਹ ਜਿਹੜਾ ਲਛਮਣ ਦਾਸ ਸੀ, ਜਦੋਂ ਇਹ ਬੱਚਾ ਤੜਫ ਕੇ ਮਰਦਾ ਵੇਖਿਆ ਹਿਰਨੀ ਦਾ, ਹਿਰਨੀ ਤੜਪ ਕੇ ਮਰੀ ਦੇਖੀ ਤੇ ਇਹ ਉਪਰਾਮ ਹੋ ਗਿਆ, ਪਰਿਵਾਰ ਛੱਡ ਦਿੱਤਾ। ਰਾਜੌੜੀ ਇੱਕ ਸਾਧੂਆਂ ਦੀ ਮੰਡਲੀ ਆਈ ਸੀ, ਜਾਨਕੀ ਪ੍ਰਸਾਦ ਨੂੰ ਮੁਰਸ਼ਦ ਮੰਨ ਲਿਆ, ਇਹਨੇ ਗੁਰੂ ਧਾਰ ਲਿਆ। ਉਹਨੇ ਫਿਰ ਲਛਮਣ ਦਾਸ ਨੂੰ ਆਪਣਾ ਮੁਰੀਦ ਬਣਾ ਕੇ ਨਾਲ ਰੱਖਿਆ ਹੈ। ਉਹਨੇ ਨਾਮ ਇਹਨੂੰ ਮਾਧੋ ਦਾਸ ਦਿੱਤਾ, ਨਾਮਕਰਨ ਕਰ ਦਿੱਤਾ। ਸਾਧੂ ਮੰਡਲੀ ਵਿਚਰਦੀ ਹੋਈ ਕਸ਼ਮੀਰ ਨੂੰ ਚੱਲ ਪਈ। ਮਾਧੋ ਦਾਸ ਵੀ ਨਾਲ ਚੱਲਿਆ। ਕਸ਼ਮੀਰ ਤੋਂ ਵਾਪਸ ਪੰਜਾਬ ਨੂੰ ਆਏ। ਤੋ ਇਉਂ ਵਿਚਰਦਿਆਂ ਵਿਚਰਦਿਆਂ ਵਿਸਾਖੀ ਦੇ ਮੇਲੇ 'ਤੇ ਕਸੂਰ ਦਾ ਲਾਹੌਰ ਦਾ ਇਲਾਕਾ ਹੈ, ਰਾਮ ਥੰਮਣ ਆ ਗਏ। ਇੱਥੇ ਸੰਤ ਮੰਡਲੀਆਂ ਆਈਆਂ ਹੋਈਆਂ ਸਨ। ਇੱਕ ਵੱਡਾ ਪਹੁੰਚਿਆ ਮਹਾਂਪੁਰਸ਼, ਸਾਧੂ ਰਾਮਦਾਸ ਉਹਦਾ ਨਾਮ ਹੈ, ਉਹ ਮਿਲਿਆ। ਉਹਨੂੰ ਗੁਰੂ ਧਾਰ ਲਿਆ। ਕੁਝ ਸਮਾਂ ਮਨ ਨੂੰ ਸੰਤੁਸ਼ਟੀ ਹੋਈ। ਉਹ ਰਮਤਾ ਸਾਧੂ ਬਣ ਕੇ ਉਹਦੇ ਨਾਲ ਮਾਧੋ ਦਾਸ ਚੱਲ ਪਿਆ। ਪਰ ਉਹ ਕੀ ਆਂਦੇ ਹੁੰਦੇ, ਸਾਗਰ ਦਾ ਜਿਹੜਾ ਜਲ ਹੁੰਦਾ ਹੈ ਉਹ ਪਿਆਸ ਨਹੀਂ ਬੁਝਾਉਂਦਾ। ਕਿਸੇ ਝਰਨੇ ਦਾ ਮਿੱਠਾ ਜਲ ਹੋਵੇ ਤੇ ਪਿਆਸ ਬੁਝਦੀ ਹੈ। ਪੂਰਾ ਮਿਲੇ ਤੇ ਅਧੂਰਾ ਛੁੱਟੇਗਾ, ਹੀਰਾ ਮਿਲੇ ਤੇ ਕੰਕੜ ਹੱਥੋਂ ਡਿੱਗਣਗੇ। ਇਹ ਜਦੋਂ ਮਾਨੇ ਦਾ ਨਾਂ ਟਿਕਿਆ ਤੇ ਇਹ ਤੁਰਦਾ ਫਿਰਦਾ ਦੱਖਣ ਨਾਸਕ ਵੱਲ ਚਲਿਆ ਗਿਆ, ਗੋਦਾਵਰੀ ਦੇ ਕੰਢੇ। ਉੱਥੇ ਇੱਕ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਔਗੜਨਾਥ ਜੋਗੀ। ਉਹਦਾ ਆਸ਼ਰਮ ਸੀ ਤੇ ਉਹਦਾ ਜਾ ਕੇ ਚੇਲਾ ਬਣ ਗਿਆ। ਹੁਣ ਔਗੜਨਾਥ ਕੋਲੋਂ ਇਹਨੇ ਯੋਗ ਸਿੱਖਿਆ, ਤਾਂਤਰਿਕ ਵਿਦਿਆ ਸਿੱਖੀ, ਰਿੱਧੀਆਂ ਸਿੱਧੀਆਂ ਕਰਾਮਾਤਾਂ ਹਾਸਲ ਕਰਨ ਦਾ ਹੁਨਰ ਸਿੱਖ ਲਿਆ। ਤੋ ਦੇਵਨੇਤ ਐਸੀ ਹੋਈ, ਜੋਗੀ ਔਗੜਨਾਥ ਦੀ ਮੌਤ ਹੋ ਗਈ। ਦੇਖੋ, ਕੋਈ ਸੰਤ ਹੈ, ਕੋਈ ਸਾਕਤ ਹੈ, ਰਹਿੰਦਾ ਕੋਈ ਨਹੀਂ ਜੇ ਹੁੰਦਾ ਦੁਨੀਆ 'ਤੇ। ਨਾ ਕਾਲ ਨੇ ਛੱਡਿਆ ਕਿਸੇ ਨੂੰ, ਨਾ ਕੋਈ ਗੁਰੂ ਪੀਰ ਹੀ ਰਿਹਾ, ਨਾ ਕੋਈ ਮਨਮੁਖੀ ਰਿਹਾ, ਨਾ ਰਵੇਗਾ ਹੀ। ਸਰੀਰ ਕਰਕੇ ਕੋਈ ਨਹੀਂ ਰਹਿੰਦਾ ਇੱਥੇ। ਵੱਡਿਆਂ ਦੀਆਂ ਬਾਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਈਆਂ ਨੇ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਰਾਮ ਚੰਦਰ ਜੀ ਸਰੀਰ ਕਰਕੇ ਨਹੀਂ ਰਹੇ। ਹਜੇ ਕਿ ਅਵਤਾਰ ਨੇ ਸਮੇਂ ਦੇ, ਰੱਬ ਦੇ ਭੇਜੇ ਹੋਏ ਮਹਾਂਪੁਰਸ਼ ਨੇ, ਰਹਿਬਰ ਨੇ। ਛੋਟਾ ਪਰਿਵਾਰ ਸੀ ਉਹਨਾਂ ਦਾ, 2 ਹੀ ਬੱਚੇ ਨੇ, ਲਵ ਕੁਸ਼। ਦੂਸਰੀ ਤਰਫ ਹੈ ਰਾਵਣ, ਬਹੁ ਪਰਿਵਾਰ ਵਾਲਾ, ਜਿਹੜਾ ਦਾਵਾ ਕਰਦਾ ਸੀ 1 ਲੱਖ ਪੂਤ 1.25 ਲੱਖ ਨਾਤੀ। ਏਡਾ ਵੱਡਾ ਪਰਿਵਾਰ, ਏਡਾ ਵਿਸਥਾਰ। ਪੱਲੇ ਕੁਝ ਨਹੀਂ ਰਿਹਾ। ਤੇ ਰਾਵਣ ਘਰ ਦੀਆ ਨਾ ਬਾਤੀ। ਆਪਾਂ ਕਹਿੰਦੇ ਵੀ ਕਾਕਾ ਪੈਦਾ ਹੋਵੇ, ਘਰ ਦਾ ਚਿਰਾਗ ਬਲਦਾ ਰਹਿ ਜਾਵੇ। ਇੱਥੇ 1.25 ਲੱਖ ਨਾਤੀ ਸੀ। ਦੀਵਾ ਨਹੀਂ ਜਗਦਾ ਰਿਹਾ ਅੱਜ ਉਹਦਾ। ਕਾਲ ਦੀ ਖੇਡ ਹੈ, ਸਭ ਦੀਵੇ ਬੁਝਾ ਦਿੰਦਾ ਜਦੋਂ ਆਈ ਤੇ ਆਵੇ। ਸੋ ਬਹੁ ਪਰਿਵਾਰ ਵਾਲਾ ਰਾਵਣ ਵੀ ਨਹੀਂ ਰਿਹਾ ਤੇ ਛੋਟੇ ਪਰਿਵਾਰ ਵਾਲੇ ਰਾਮ ਜੀ ਵੀ ਨਹੀਂ ਰਹੇ। ਕਾਲ ਦੀ ਡਾਂਗ ਐਸੀ ਹੈ, ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਵੱਡਾ ਨਹੀਂ ਰੇ। ਇਹ ਨਹੀਂ ਵੀ ਰਾਜਾ ਦਬਕਾ ਮਾਰੇ ਤੇ ਕਾਲ ਡਾਂਗ ਰੱਖ ਦੇਵੇਗਾ, ਇੱਦਾਂ ਨਹੀਂ ਹੁੰਦਾ। ਤੇ ਗਰੀਬ ਤਰਲਾ ਲਵੇ ਵੀ ਕਾਲ ਜੀ ਮਹਾਰਾਜ ਮੇਰੇ ਤੇ ਗਰੀਬੀ ਬੜੀ ਹੈ, ਰੋਟੀ ਰਜਵੀ ਨਹੀਂ ਮਿਲਦੀ,
ਛੱਡ ਜਾਓ ਮੈਨੂੰ। ਕਹਿੰਦੇ ਨਹੀਂ, ਤਰਲੇ ਤੇ ਵੀ ਨਹੀਂ ਭੇਜਦਾ। ਇੱਕੋ ਹੀ ਡਾਂਗ ਹੈ, ਭਾਵ ਇੱਕੋ ਹੁਕਮ ਰੂਪੀ ਡਾਂਗ ਦੇ ਨਾਲ ਰਾਜੇ ਵੀ ਮਾਰਦਾ ਹੈ, ਪ੍ਰਜਾ ਵੀ ਮਾਰਦਾ ਹੈ। ਉਹਦੇ ਸਾਵੇਂ ਸਰੀਰ ਨਹੀਂ ਟਿਕਦੇ। ਹਾਂ, ਨੇਕ ਨਾਮੀਆਂ ਦੇ ਨਾਮ ਟਿਕ ਜਾਂਦੇ ਨੇ ਦੁਨੀਆ 'ਤੇ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਯਾਦ ਕਰ ਰਹੇ ਹੋ। ਮਨਮੁਖ ਸਰੀਰ ਵੀ ਗਵਾ ਲੈਂਦਾ ਹੈ, ਨਾਮ ਵੀ ਖਤਮ ਹੋ ਜਾਂਦਾ ਹੈ ਉਹਦਾ। ਹੁਣ ਬਾਣੀ ਕਹਿੰਦੀ ਹੈ, ਬਿਨ ਗੁਰ ਸ਼ਬਦੈ ਮਨ ਨਹੀਂ ਠੌਰਾ। ਪੂਰੇ ਗੁਰੂ ਤੋਂ ਬਿਨਾਂ ਮਨ ਟਿਕਦਾ ਨਹੀਂ ਹੈ। ਬਿਨ ਗੁਰ ਸ਼ਬਦ ਨਾ ਸੋਝੀ ਪਾਏ, ਬਿਨਾਂ ਗੁਰਾਂ ਤੋਂ ਸੋਝੀ ਨਹੀਂ, ਮੁਕਤੀ ਨਹੀਂ ਮਿਲਦੀ। ਜਗ ਸੂਤਾ ਮਰ ਆਵੈ, ਜਾਇਆਵਾ ਗਾਉਣ ਵਿੱਚ ਪਏ ਰਹਿੰਦੇ ਨੇ ਜਿਹੜੇ ਗੁਰੂ ਦੀ ਸ਼ਰਨ ਨਹੀਂ ਜਾਂਦੇ। ਤੋ ਔਗੜਨਾਥ ਦੇ ਮੋਇਆਂ ਮਨ ਨੂੰ ਹਜੇ ਵੀ ਤਸੱਲੀ ਨਹੀਂ ਸੀ। ਖੋਜੀ ਤੇ ਹੈ ਕੋਈ ਪੂਰਾ ਮਿਲੇ, ਪਰ ਉਹ ਰਿੱਧੀਆਂ ਸਿੱਧੀਆਂ 'ਚ ਰੁੱਝ ਗਿਆ। ਉਹਨੇ ਨਾਸਕ ਦੇ ਨੇੜੇ ਨੰਦੇੜ ਜਾ ਕੇ ਨਾ ਇੱਕ ਜੰਗਲ ਵਿੱਚ ਕੁਟੀਆ ਬਣਾਈ, ਚੌਂਕੜਾ ਲਾਇਆ, ਭਜਨ ਤਪ ਕੀਤਾ, ਹਠ ਯੋਗ ਕੀਤਾ ਤੇ ਕਰਾਮਾਤੀ ਉਹ ਨਿਬੜਿਆ। ਹੁਣ ਜਿਹਦੇ ਕੋਲ ਕਰਾਮਾਤ ਹੈ ਉੱਥੇ ਭੀੜ ਤੇ ਲੱਗ ਹੀ ਜਾਂਦੀ ਹੈ। ਚਮਕਾਰੇ ਵਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ ਤੇ ਵੱਡਾ ਮੱਠ ਬਣਾ ਲਿਆ, ਵੱਡਾ ਡੇਰਾ ਬਣ ਗਿਆ। ਬੜੀ ਜੈ ਜੈਕਾਰ ਹੋਈ। ਦੂਸਰੀ ਤਰਫ ਜੰਗਲ ਵਿੱਚ ਰਹਿਣ ਦਾ ਕਾਰਨ ਇਹ ਵੀ ਹੈ ਵੀ ਉਧਰ ਔਰੰਗਜ਼ੇਬ, ਸ਼ਾਹਜ਼ਾਦਾ ਮੁਅੱਜ਼ਮ ਵਰਗਿਆਂ ਦਾ ਜ਼ੋਰ ਇੰਨਾ ਹੈ, ਜੰਜੂ ਲਾ ਲਾ ਕੇ ਹਿੰਦੂਆਂ ਨੂੰ ਖਤਮ ਕਰ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਪਾਉਂਦੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਨਾਲ ਜੰਗ ਲੜਦੇ ਨੇ। ਸੋ ਦਿਨ ਕੱਟਦੇ ਸਨ ਲੋਕ ਆਸਾ ਪਾਸਾ ਕਰਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੂਸਰੀ ਤਰਫ ਸਰਬੰਸ ਵਾਰਿਆ। ਕਿਆ ਕਮਾਲ ਦੇ ਬੋਲ ਅੱਲਾ ਯਾਰ ਖਾਨ ਨੇ, ਉਹ ਅਰਬੀ ਫਾਰਸੀ ਦੇ ਵਿਦਵਾਨ ਨੇ, ਲਿਖੇ ਨੇ ਗੁਰੂ ਦੀ ਸ਼ਾਨ ਵਿੱਚ। ਉਹ ਕਹਿੰਦੇ ਜਦੋਂ ਪਿਤਾ ਕਟਵਾਇਆ ਨਾ, ਫਿਰ ਚਮਕੌਰ ਦੀ ਗੜੀ ਸਾਹਿਬਜ਼ਾਦਿਆਂ ਦੀ ਵਾਰੀ ਆਈ ਤੇ ਗਲੂਏ ਚੋਂ ਇਹ ਬੋਲ ਸੀ ਕਲਗੀਧਰ ਦੇ ਨਿਕਲੇ, ਪਹਿਲੇ ਪਿਤਾ ਕਟਾਇਆ अब बेटे कटवाऊंगा, नानक का बाग खूनी जिगर से नहलाऊंगा। पिता कटवा दिता, हुण बेटे कटवाने ने। पुछया जी क्यों? कहंदे गुरु नानक दा बाग सुक ना जावे, सिੱਖੀ ਨੂੰ ਹਰਿਆ ਭਰਿਆ ਰੱਖਣ ਲਈ ਇਹਨਾਂ ਦਾ ਲਹੂ ਪਾਉਣ ਲੱਗਾ ਮੈਂ ਇਸ ਬਾਗ ਵਿੱਚ। ਇਹ ਹੈ ਕੁਰਬਾਨੀਆਂ ਦਾ ਕਾਰਨ। ਸ਼ਹੀਦੀਆਂ ਨਾਲ ਹੀ ਕੌਮਾਂ ਜ਼ਿੰਦਾ ਰਹਿੰਦੀਆਂ ਨੇ, ਨਹੀਂ ਤੇ ਮਿਟ ਜਾਂਦੀਆਂ ਨੇ। ਉਹ ਹਰ ਧਰਮ ਵਿੱਚ ਕੁਰਬਾਨੀਆਂ ਨੇ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੁਗਲਿਆ ਸਲਤਨਤ ਔਰੰਗਜ਼ੇਬ ਦੇ ਸਾਵੇਂ 14 ਜੰਗਾਂ ਲੜਦੇ ਨੇ। 22 ਧਾਰ ਦੇ ਰਾਜੇ ਇਨਵੋਲਵ ਨੇ ਔਰੰਗਜ਼ੇਬ ਦੇ ਹੁਕਮ ਵਿੱਚ। ਗੁਰਾਂ ਨਾਲ ਜੰਗਾਂ ਲੜਦੇ ਨੇ। ਕਈ ਰੌਲਾ ਪਾ ਲੈਂਦੇ ਜੀ ਨਹੀਂ 22 ਧਾਰ ਦੇ ਰਾਜਿਆਂ 13 ਜੰਗਾਂ ਲੜੀਆਂ, ਔਰੰਗਜ਼ੇਬ ਨੇ ਇੱਕ ਜੰਗ ਲੜੀ। ਪਤਾ ਨਹੀਂ ਉਹਨਾਂ ਨੇ ਪੜ੍ਹਿਆ ਕਿੱਥੇ ਹੈ। ਇਹਦੇ ਤੇ ਮੈਂ ਕਈ ਵਾਰ ਬੋਲਿਆ ਵੀ ਆਓ ਵਿਚਾਰ ਕਰੋ। ਉਹ ਰਜਵਾੜੇ ਸੀ 100 50 ਪਿੰਡਾਂ ਦੇ। ਉਹਨਾਂ ਦੀ ਔਕਾਤ ਨਹੀਂ ਸੀ ਵੀ ਗੁਰੂ ਗੋਬਿੰਦ ਸਿੰਘ ਦੇ ਨਾਲ ਇਕੱਲੇ ਮੁਕਾਬਲਾ ਕਰ ਲੈਂਦੇ। ਜਿਹੜੇ ਭੰਗਾਣੀ ਦਾ ਯੁੱਧ ਕਹਿੰਦੇ ਨਾ, ਇਕੱਲਾ 22 ਧਾਰੀਆਂ ਨਾਲ ਲੜਿਆ। ਉਹਨਾਂ ਬਚਿੱਤਰ ਨਾਟਕ ਪੜ੍ਹਿਆ ਹੀ ਨਹੀਂ ਹੈ। ਹਯਾਤ ਖਾਂ ਦਾ ਨਾਮ ਸਿੱਧਾ ਲਿਖਿਆ, ਹਯਾਤ ਖਾਂ ਹਿੰਦੂ ਰਾਜਾ ਹੋਇਆ। ਅਸਲ ਦੇ ਵਿੱਚ ਔਰੰਗਜ਼ੇਬ ਦੇ ਹੁਕਮ ਵਿੱਚ ਹੀ ਸਾਰੇ ਜੰਗ ਹੋਏ ਨੇ। ਮੈਂ ਸੋਚਦਾ ਹੁੰਨਾ ਵੀ ਸਿੱਖ ਕਿਸੇ ਧਰਮ ਦਾ ਵੈਰੀ ਨਹੀਂ ਹੈ। ਹਾਂ, ਜਿਹੜਾ ਸਾਡੇ ਨਾਲ ਧੱਕੋ ਜ਼ੋਰੀ ਕਰਦਾ ਉਹਦੇ ਸਾਵੇਂ ਆਪਾਂ ਟੱਕਰ ਜਾਂਦੇ ਹਾਂ। ਤੋ ਚਾਹੇ ਚੰਦੂ ਸੀ ਤੇ ਚਾਹੇ ਗੰਗੂ ਸੀ, ਦੂਜੇ ਬੰਨੇ ਜ਼ਕਰੀਆ ਖਾਨ ਸੀ, ਚਾਹੇ ਔਰੰਗਜ਼ੇਬ ਸੀ, ਚਾਹੇ 22 ਧਾਰ ਦੇ ਰਾਜੇ ਸੀ। ਪਰ ਧਰਮ ਨੂੰ ਟਾਰਗੇਟ ਅਸੀਂ ਨਹੀਂ ਕਰਦੇ, ਨਾ ਇਸਲਾਮ ਨੂੰ, ਨਾ ਹਿੰਦੂ ਮਤ ਨੂੰ। ਤੋ ਇਹ ਪਤਾ ਨਹੀਂ ਕਿਹੜੀ ਸਾਂਝ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਸਲਮਾਨਾਂ ਨਾਲ, ਵੀ ਜੇ ਜ਼ੋਰ ਪਵੇ ਤੇ ਇੱਥੋਂ ਤੱਕ ਕਈ ਲੋਕ ਕਹਿ ਦੇਣ ਵੀ ਔਰੰਗਜ਼ੇਬ ਹਿੰਦੂਆਂ ਦਾ ਹੀ ਕਾਕਾ ਸੀ, ਮੁਸਲਮਾਨਾਂ ਤਾਂ ਕੀਤਾ ਹੀ ਕੁਝ ਨਹੀਂ ਸਾਡੇ ਨਾਲ। 184 ਹੋਈ ਹੈ ਸਾਡੇ ਨਾਲ, ਅਸੀਂ ਯਾਦ ਰੱਖਦੇ ਹਾਂ ਜੋ ਇੰਦਰਾ ਨੇ ਕੀਤਾ ਹੈ। ਤੇ ਉਧਰ ਗੁਰੂ ਨਾਨਕ ਸਾਹਿਬ ਤੋਂ ਚੱਲ ਪਓ। ਜ਼ੁਲਮੋ ਸਿਤਮ ਮੁਗਲਾਂ ਦੇ ਸਿੱਖਾਂ ਤੇ,
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਚੱਲ ਪਓ, 400-500 ਸਾਲ ਰੋਜ਼ ਹੀ 84 ਵਾਲੇ ਕੌਤਕ ਸਾਡੇ ਨਾਲ ਵਾਪਰਦੇ ਰਹੇ ਨੇ। ਸੋ ਇਹ ਕਦੇ ਨਾ ਭੁੱਲਿਓ। ਅਸੀਂ 1.5 ਲੱਖ ਸੀ ਅਫਗਾਨਿਸਤਾਨ ਵਿੱਚ, ਤੋ ਜਿਨ੍ਹਾਂ ਦਾ ਬਹੁਤਾ ਤੇਜ ਜਾਗਦਾ ਨਾ ਅੱਜ ਉਹ ਸੁੰਨਤ ਵਾਲਿਆਂ ਦਾ, ਮੁੱਲਿਆਂ ਦਾ, ਉਹਨਾਂ 150 ਰਹਿਣ ਦਿੱਤਾ ਹੈ ਸਿੱਖ ਉੱਥੇ। ਬਾਕੀ ਕਿੱਥੇ ਗਏ ਨੇ? ਖੁਰਾ ਖੋਜ ਮਿਟਾ ਦਿੱਤਾ ਗਿਆ ਹੈ। 40,000 ਪਰਿਵਾਰ 1947 ਵਿੱਚ ਸਾਡਾ ਰਹਿ ਗਿਆ ਪਿੱਛੇ, ਅੱਜ 9,000 ਰਹਿ ਗਿਆ। 31,000 ਪਰਿਵਾਰ ਲੱਭਿਓ ਜਿਹੜੇ ਬਹੁਤਾ ਦਰਦ ਰੱਖਦੇ ਨੇ ਸੁੱਲਿਆਂ ਦਾ। ਕਿੱਥੇ ਗਏ ਹੋ? ਤੁਹਾਨੂੰ 2-3 ਗੁਰਦੁਆਰੇ ਸੋਹਣੇ ਬਣਾ ਕੇ ਦਿਖਾ ਦਿੱਤਾ, ਅਸੀਂ ਬੜੇ ਤੁਹਾਡੇ ਦਰਦਮੰਦ ਆ। 250 ਦੇ ਕਰੀਬ ਸਾਡੇ ਪਾਵਨ ਸਥਾਨ ਖੰਡਰ ਕਰ ਦਿੱਤੇ ਨੇ ਉਹਨਾਂ ਨੇ। ਤੋ ਜਿਹੜਾ 9,000 ਪਰਿਵਾਰ ਹੈ, ਕਿੰਨੇ ਦਿਨ ਉੱਥੇ ਸਰਵਾਈਵ ਕਰੇਗਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਦੂਸਰੀ ਤਰਫ ਸਾਡੀ ਹਸਤੀ ਜ਼ਿੰਦਾ ਹੈ ਪੰਜਾਬ ਵਿੱਚ, ਭਾਰਤ ਵਿੱਚ। ਔਰ ਇੱਕ ਗੱਲ ਹੋਰ ਕਹਿ ਦੇਵਾਂ, ਭਾਰਤ ਵਰਸ਼ ਅੱਜ ਕੁਝ ਨਾ ਹੁੰਦਾ ਜੇ 90% ਕੁਰਬਾਨੀਆਂ ਸਿੱਖਾਂ ਨਾਲ ਦਿੱਤੀਆਂ ਹੁੰਦੀਆਂ। ਉਹ ਜਿਹੜੇ ਉਹ ਜੰਜੂ ਵਾਲੇ ਵੀ ਦਾਅਵਾ ਕਰਦੇ ਨਾ, ਭਾਰਤ ਸਾਡਾ, ਹਿੰਦੁਸਤਾਨ ਸਾਡਾ, ਤੁਹਾਡਾ ਸੀ ਜਿੰਨਾ ਚਿਰ, ਉਹਨਾਂ ਚਿਰ ਤੇ ਗੁਲਾਮ ਰਿਹਾ ਹੈ। ਜਿੱਦਣ ਸਿੱਖਾਂ ਨੇ ਆਖਿਆ ਸਾਡਾ ਦੇਸ਼ ਹੈ, ਉਦਣ ਆਜ਼ਾਦ ਹੋਇਆ ਹੈ। ਸਿੱਖਾਂ ਦਾ ਬਹੁਤਾ ਹੱਕ ਹੈ ਇਹਨਾਂ ਨਾਲੋਂ, ਬਾਹਮਣਾਂ ਨਾਲੋਂ। ਸੋ ਇਸ ਗੱਲ ਨੂੰ ਸਮਝਿਓ। ਜਿਹੜਾ ਦੀਵਾ ਹੁੰਦਾ ਹੈ ਉਹਨੂੰ ਚਾਰੋਂ ਦਿਸ਼ਾਵਾਂ ਤੋਂ ਖਤਰਾ ਹੁੰਦਾ ਹੈ। ਬ੍ਰਾਹਮਣ ਦਾ ਧਿਆਨ ਤੇ ਅਸੀਂ ਰੱਖਦੇ ਹਾਂ, ਸੋਲਿਆਂ ਵੱਲੋਂ ਵੀ ਜਾਗਿਆ ਕਰੀਏ। ਜ਼ਿਆਦਾ ਨੁਕਸਾਨ ਉਹ ਕਰ ਰਹੇ ਨੇ, ਜ਼ਿਆਦਾ ਨੁਕਸਾਨ ਈਸਾਈ ਕਰ ਰਹੇ ਨੇ ਸਾਡਾ। ਉਹ ਬਾਹਮਣਾਂ ਕੋਲੋਂ ਤੇ ਜੰਜੂ ਪਵਾਇਆ ਨਹੀਂ ਗਿਆ ਅੱਜ ਤੱਕ ਕਿਸੇ ਸਿੱਖ ਨੂੰ, ਤੇ ਸਾਡੇ ਪਤਾ ਨਹੀਂ ਕਿੰਨੇ ਕੁ ਪਰਿਵਾਰ ਬਾਰਡਰ ਦੇ ਏਰੀਏ ਵਿੱਚ ਈਸਾਈ ਬਣਾ ਲਏ ਨੇ ਕ੍ਰਿਸਚਨਾਂ ਨੇ। ਉਹ ਸਾਡਾ ਪ੍ਰਚਾਰਕ ਕੋਈ ਧਿਆਨ ਹੀ ਨਹੀਂ ਦਿੰਦਾ। ਪਤਾ ਨਹੀਂ ਉਹ ਕੋਈ ਰੋਟੀ ਬੋਟੀ ਭਾਰੀ ਪਾਉਂਦੇ ਨੇ। ਏਜੰਸੀਆਂ ਨੇ ਜੀ ਸਿੱਖਾਂ ਨੂੰ ਆਹ ਕਰਤਾ, ਉਹ ਕਰਤਾ। ਜਦੋਂ ਏਜੰਸੀਆਂ ਸਾਹਮਣੇ ਹੋ ਕੇ ਕਰਨਗੀਆਂ, ਫਿਰ ਵੇਖਾਂਗੇ ਕਿਹੜਾ ਸਾਡੇ ਗਾਤਰੇ ਲਾ ਕੇ ਜੰਜੂ ਪਾਉਂਦਾ ਹੈ। ਤੋ ਭਜਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ। ਦੂਸਰੀ ਤਰਫ ਪਤਾ ਹੀ ਨਹੀਂ ਕਿੰਨੇ ਕਿ ਈਸਾਈ ਬਣ ਗਏ ਨੇ, ਕੋਈ ਪ੍ਰਚਾਰਕ ਨਹੀਂ ਬੋਲ ਰਿਹਾ ਇਸ ਵਿਸ਼ੇ ਤੇ। ਜਾਂ ਤੁਸੀਂ ਗੇੜਾ ਲਾ ਕੇ ਨਹੀਂ ਵੇਖਿਆ ਪੰਜਾਬ ਵਿੱਚ 70 ਕੁ ਗਿਰਜੇ ਘਰ ਸਮਝੇ ਜਾਂਦੇ ਸੀ 10-12 ਸਾਲ ਪਹਿਲਾਂ, ਅੱਜ 700 ਟੱਪ ਗਿਆ ਹੈ। ਔਰ ਦੁੱਖ ਇਸ ਗੱਲ ਦਾ ਹੈ ਵੀ ਜਿਹੜੀ ਕੌਮ ਹੀਰੇ ਜਵਾਹਰਾਤਾਂ ਤਖਤਾਂ ਤਾਜਾਂ ਤੇ ਨਹੀਂ ਵਿਕੀ, ਉਹ ਬੱਚੇ ਦੀ ਫੀਸ ਤੇ ਵਿਕ ਰਹੀ ਹੈ। ਇੱਕ ਬੱਚੇ ਦੀ ਫੀਸ ਤੇ 2-3 ਸਾਲ ਹੀ ਤਾਰਦੇ ਨੇ। ਉਹ ਵੀ ਸ਼ੈਤਾਨ, ਉਹ ਵੀ ਬੜੇ ਨੇ। ਉਹ ਨਾ ਉਹਨੂੰ ਫਿਰ ਸਿੱਖਾਂ ਜੋਗਾ ਹੀ ਰਹਿਣ ਦਿੰਦੇ ਨੇ। ਜਿਹੜਾ ਦਲ ਬਦਲ ਗਿਆ, ਸਿੱਖਾਂ ਵੀ ਬਾਂਹ ਕਿਉਂ ਫੜਨੀ ਹੈ ਉਹਦੀ? ਤੋਂ ਬਾਅਦ ਆਪ ਵੀ ਖਹਿੜਾ ਛੱਡ ਦਿੰਦੇ ਨੇ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਉਹ ਕਹਿੰਦੇ ਹੁੰਦੇ ਬਾਬਾ ਜੀ ਫਿਰ ਤੁਸੀਂ ਬੱਚੇ ਪੜ੍ਹਾ ਦਿਓ। ਮੈਂ ਵੈਸੇ ਜ਼ਿਕਰ ਨਹੀਂ ਕਰਦਾ ਹੁੰਦਾ। ਖੈਰਦਾਸ ਸਕੂਲ ਵੀ ਚਲਾਉਂਦਾ ਹੈ, 250-300 ਬੱਚਾ ਸ਼ਹੀਦ ਪਰਿਵਾਰਾਂ ਦਾ ਵੀ ਪੜ੍ਹਦਾ ਹੈ, CBSE ਸਕੂਲ ਹੈ। ਪਰ ਚਲੋ ਮੈਂ ਨਾ ਵੀ ਪੜ੍ਹਾਵਾਂ, ਮੈਂ ਉਹਨਾਂ ਨੂੰ ਆਖਦਾ ਹੁੰਦਾ ਵੀ ਮੰਨ ਲਓ ਮੈਂ ਨਹੀਂ ਖਰਚਾ ਦਿੰਦਾ ਭਾਈ, ਤੁਹਾਨੂੰ ਈਸਾਈ ਦਿੰਦੇ ਨੇ। ਈਸਾਈਆਂ ਤੋਂ ਲਿਆ ਤਾਂ ਵੀ ਮੰਗਤੇ ਹੀ ਹੋ, ਮੇਥੋਂ ਲਿਆ ਤਾਂ ਵੀ ਮੰਗਤੇ ਹੀ ਹੋ। ਤੇ ਫਿਰ ਕਰੀਏ ਕੀ? ਆਖਣਗੇ ਮੈਂ ਬਾਣੀ ਪੜ੍ਹੋ, ਕੀ ਲਿਖਿਆ ਗੁਰੂ ਨਾਨਕ ਨੇ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਮੰਗਤਾ ਬੰਦਾ, ਭਿਖਾਰੀ ਬੰਦਾ ਕਦੇ ਵੀ ਰੱਬ ਨੂੰ ਪ੍ਰਵਾਨ ਨਹੀਂ ਹੁੰਦਾ। ਉਹਨੇ ਅੱਡ ਦਿੱਤੇ ਨੇ ਕਿਰਤ ਕਰਨ ਨੂੰ। ਸਿੱਖਾਂ ਨੂੰ ਕਿਹਾ ਸੀ ਸਿੱਖੋ ਕਿਰਤ ਕਰੋ, ਘਾਲਣਾ ਘਾਲੋ, ਹੱਥੋਂ ਦਿਓ, ਦਾਨ ਕਰੋ, ਆਪ ਚੰਗਾ ਪਾਓ, ਚੰਗਾ ਹੰਡਾਓ, ਚੰਗਾ ਖਾਓ, ਫਿਰ ਲੋੜਵੰਦ ਦਾ ਧਿਆਨ ਰੱਖੋ। ਕੋਈ ਨੰਗਾ ਹੈ ਵਸਤਰ ਦੇ ਦਿਓ, ਭੁੱਖਾ ਹੈ ਭੋਜਨ ਦੇ ਦਿਓ, ਪਰ ਮੰਗਣਾ ਨਹੀਂ ਹੈ ਕਦੇ ਵੀ। ਸਿੱਖਾਂ ਨੂੰ ਦਾਤੇ ਬਣਾਇਆ ਸੀ, ਅਸੀਂ ਮੰਗਤੇ ਬਣ ਕੇ ਰਹਿ ਗਏ। ਕੋਈ ਬੱਚਿਆਂ ਦੀ ਫੀਸ ਤੇ ਵਿਕ ਗਿਆ, ਕੋਈ ਕੱਚੇ ਕੋਠੇ ਤੋਂ ਪੱਕਾ ਪਾਉਣ ਲਈ ਵਿਕ ਗਿਆ। ਆਖਣਗੇ ਜੀ ਇਹ ਤੇ ਹੋਣਾ ਹੀ ਸੀ, ਸ਼ਹੀਦਾਂ ਦੇ ਪਰਿਵਾਰਾਂ ਦਾ ਮੁੱਲ ਨਹੀਂ ਪਿਆ। ਦੇਖੋ ਇਹ 'ਚ ਕੋਈ ਦੋ ਰਾਏ ਨਹੀਂ, ਸ਼ਹੀਦ ਕੌਮ ਦਾ ਸਰਮਾਇਆ ਨੇ, ਤੋ ਪਰਿਵਾਰਾਂ ਦਾ ਖਿਆਲ ਅਸੀਂ ਰੱਖਣਾ ਹੈ। ਪਰ ਜੇ ਇਸ ਲਾਲਚ ਤੇ ਸ਼ਹੀਦੀ ਦੇਣੀ ਹੈ ਨਾ ਵੀ ਮੇਰਾ ਪਰਿਵਾਰ ਸਾਂਭ ਲਿਓ, ਤੇ ਕਲਗੀਧਰ ਪਾਤਸ਼ਾਹ ਨੇ ਪਰਿਵਾਰ ਪਹਿਲਾਂ ਵਾਰਿਆ ਸੀ। ਗੁਰੂ ਤੇਗ ਬਹਾਦਰ ਸਾਹਿਬ ਇਹ ਨਹੀਂ ਸੀ ਕਹਿ ਕੇ ਗਏ ਨਾਲ ਦੇ ਸਿੰਘਾਂ ਨੂੰ ਵੀ ਕਲਗੀਧਰ ਦਾ, ਮਾਤਾ ਗੁਜਰੀ ਦਾ ਖਿਆਲ ਰੱਖਿਓ, ਦਸਵੰਧ ਵਿੱਚ ਕਮੀ ਨਾ ਆ ਜਾਵੇ ਕਿਤੇ। ਜਿਹੜਾ ਪੈਸੇ ਬਦਲੇ ਕੁਰਬਾਨ ਹੋਣ ਦੀ ਗਾਥਾ ਵੱਲ ਵੱਧਦਾ ਹੈ, ਉਹ ਸ਼ਹੀਦੀ ਨਹੀਂ ਰਹਿ ਜਾਂਦੀ।
ਸੋ ਸ਼ਹੀਦਾਂ ਦੇ ਪਰਿਵਾਰ ਮੂੰਹੋਂ ਇਹ ਬਚਨ ਨਾ ਕਰਨ, ਤੇ ਮੈਂ ਕੌਮ ਨੂੰ ਇਹ ਬੇਨਤੀ ਕਰਦਾ ਹੁੰਨਾ, ਉਹ ਨੌਬਤ ਹੀ ਨਾ ਆਵੇ ਉਹਨਾਂ ਨੂੰ ਮੂੰਹੋਂ ਕਹਿਣ ਦੀ, ਤੁਸੀਂ ਖਿਆਲ ਰੱਖਿਆ ਕਰੋ। ਪਰ ਜੇ ਮੰਗ ਕੇ ਲਿਆ ਤੇ ਅਸੀਂ ਮੰਗਤੇ ਬਣ ਗਏ। ਸੋ ਇੱਥੇ ਆ ਕੇ ਸਿਧਾਂਤ ਟੁੱਟਦਾ ਹੈ, ਸਿੱਖ ਦਾਤਾ ਬਣਾਇਆ ਹੈ, ਮੰਗਤਾ ਨਹੀਂ। ਇਸੇ ਕਰਕੇ ਹੀ ਅਸੀਂ ਲੱਖਾਂ ਨੂੰ ਲੰਗਰ ਛਕਾ ਦਿੰਦੇ ਹਾਂ। ਕਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਵਿੱਚ ਤਾਲੇ ਲੱਗਦੇ ਨੇ ਧਾਰਮਿਕ ਸਥਾਨਾਂ ਨੂੰ, ਹੌਸਪਿਟਲਾਂ ਨੂੰ। ਇੱਥੇ ਲੰਗਰ ਵੀ ਵਰਤਦਾ ਹੈ, ਮੈਡੀਸਨ ਵੀ ਵਰਤਦੀ ਹੈ। ਸੋ ਸਿੱਖ ਦਾਤਾ ਹੈ, ਮੰਗਤਾ ਨਹੀਂ ਬਣਾਇਆ। ਇਸ ਗੱਲ ਨੂੰ ਸਮਝਿਓ, ਸਿੱਖੀ ਦਾ ਸਿਧਾਂਤ ਕੁਝ ਐਸਾ ਹੈ। ਖੈਰ, ਉਹ ਮਦ ਉਦਾਸ ਇੱਕ ਬੰਨੇ ਜੰਗਲਾਂ ਵਿੱਚ ਰਹਿੰਦਾ ਹੈ, ਦੂਜੇ ਬੰਨੇ ਕਲਗੀਧਰ ਪਾਤਸ਼ਾਹ ਸਿੱਖ ਜਗਤ ਨੂੰ ਪ੍ਰਫੁੱਲਤ ਰੱਖਣ ਲਈ ਬੱਚਿਆਂ ਦਾ ਲਹੂ ਡੋਲ ਦਿੰਦੇ ਨੇ, ਔਰ ਸਾਫ਼ ਦਮਦਮੇ ਦੀ ਧਰਤੀ ਤੇ ਸਾਡੇ ਵੱਲ ਹੁਲਾਰਾ ਦੇ ਕੇ ਹੱਥ ਦਾ ਕਹਿੰਦੇ ਨੇ। ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਦੇ ਪੁੱਛਣ ਤੇ ਜਦੋਂ ਉਹਨਾਂ ਆਖਿਆ ਫਰਜ਼ੰਦ ਨਹੀਂ ਦਿਖਦੇ, ਲਾਲ ਨਹੀਂ ਦਿਖਦੇ, ਤੇ ਮਹਾਰਾਜ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹਨਾਂ ਬੱਚਿਆਂ ਲਈ ਵਾਰੇ ਨੇ, ਇਹਨਾਂ ਨੂੰ ਹਰਿਆਂ ਭਰਿਆਂ ਰੱਖਣ ਲਈ ਵਾਰੇ ਨੇ ਫਰਜ਼ੰਦ। ਮੈਂ ਪਰਿਵਾਰ ਵਾਰ ਦਿੱਤਾ। 14 ਜੰਗਾਂ ਜਿੱਤ ਚੁੱਕੇ ਸਨ, ਖਿਦਰਾਣੇ ਦੀ ਢਾਬ ਵੀ ਜਿੱਤੀ ਹੋਈ ਸੀ। ਅਖੀਰ ਮਹਾਰਾਜ ਜਦੋਂ ਮਾਲਵੇ ਵਿੱਚ ਵਿਚਰ ਰਹੇ ਨੇ, ਹੁਣ ਇੱਥੋਂ ਸੰਗਤਾਂ ਨੂੰ ਤਾਰਦੇ ਹੋਏ ਅੱਗੇ ਵਧਦੇ ਨੇ ਤੇ ਦੱਖਣ ਵੱਲ ਨੂੰ ਜਾਣ ਦੀ ਤਿਆਰੀ ਹੈ। ਬਹਾਦਰ ਸ਼ਾਹ ਪਾਤਸ਼ਾਹ ਨੂੰ ਮਿਲਦਾ ਹੈ। ਔਰੰਗਜ਼ੇਬ ਮਰ ਗਿਆ ਜਦੋਂ ਗੁਰਾਂ ਨੂੰ ਖਬਰ ਮਿਲੀ, ਤੋ ਤਾਰਾ ਆਜ਼ਮ ਨੇ ਬਹਾਦਰ ਸ਼ਾਹ ਦੀ ਗੱਦੀ ਮੱਲ ਲਈ। ਹੁਣ ਲੱਖਾਂ ਫੌਜਾਂ ਨੇ ਉਹਦੇ ਕੋਲ, ਤੋ ਇੱਧਰ ਮੁੱਠੀ ਭਰ ਫੌਜਾਂ ਨੇ। ਤਾਰਾ ਆਜ਼ਮ ਮੈਦਾਨੇ ਜੰਗ ਵਿੱਚ ਨਹੀਂ ਹਰੇਗਾ, ਫੌਜਾਂ ਦੀ ਗਿਣਤੀ ਇੰਨੀ ਹੈ। ਭਾਈ ਨੰਦ ਲਾਲ ਜੀ ਰਾਹੀਂ, ਕਿਉਂਕਿ ਨੰਦ ਲਾਲ ਜੀ ਇਹਦੇ ਮੁਰਸ਼ਦ ਸਨ, ਸ਼ਾਹਜ਼ਾਦਾ ਮੁਅੱਜ਼ਮ ਦੇ, ਆਗਰੇ ਨੂੰ ਪੜ੍ਹਾਉਂਦੇ ਰਹੇ ਸਨ ਅਰਬੀ ਫਾਰਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਫਿਰ ਆਏ, ਆਗਰੇ ਤੋਂ ਹੀ ਆਏ ਸਨ। ਉਹ ਵੀ ਇਸੇ ਡਰ ਵਿੱਚ ਹੀ ਆਏ ਕਿਉਂਕਿ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਔਰੰਗਜ਼ੇਬ। ਤੋ ਇੱਕੋ ਹੀ ਜਗ੍ਹਾ ਸੀ ਭਾਰਤ ਵਰਸ਼ ਵਿੱਚ ਜਿੱਧਰ ਨੂੰ ਔਰੰਗਜ਼ੇਬ ਵਰਗੇ ਹੜ੍ਹ ਦਾ ਪਾਣੀ ਨਹੀਂ ਚੜ੍ਹਿਆ, ਉਹ ਸੀ ਨੰਦਾਂ ਦੀ ਪੁਰੀ। ਦੂਜੀ ਕੋਈ ਜਗ੍ਹਾ ਨਹੀਂ ਸੀ। ਇੱਕੋ ਹੀ ਜਗ੍ਹਾ ਸੀ ਜਿੱਥੇ ਹਰ ਦਾਵਾ ਗੁਰੂ ਗੋਬਿੰਦ ਸਿੰਘ ਨੇ ਮਿੱਟੀ 'ਚ ਮਿਲਾ ਦਿੱਤਾ ਸੀ ਔਰੰਗਜ਼ੇਬ ਦਾ। ਇਹ ਕਹਿੰਦਾ ਸੀ ਗੁਲਾਮ ਘੋੜੇ ਤੇ ਨਹੀਂ ਚੜ੍ਹਦੇ, ਗੁਲਾਮ ਤਖਤ ਤੇ ਨਹੀਂ ਬਹਿੰਦੇ, ਗੁਲਾਮ ਟੋਪੀਆਂ ਪਾਉਂਦੇ ਨੇ, ਪਗੜੀ ਨਹੀਂ ਧਾਰਦੇ, ਗੁਲਾਮ ਢੋਲ ਨਫੀਰੀਆਂ ਨਗਾਰੇ ਨਹੀਂ ਵਜਾਇਆ ਕਰਦੇ, ਨਗਾਰੇ ਰਾਜਿਆਂ ਦੇ ਦਰ ਤੇ ਵੱਜਦੇ ਨੇ, ਜੇਤੂ ਹੁੰਦੇ ਨੇ ਜਿਹੜੇ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐਲਾਨ ਕੀਤਾ ਸੀ, ਇੱਥੇ ਢੋਲ ਨਫੀਰੀਆਂ ਨਹੀਂ, ਰਣਜੀਤ ਨਗਾਰਾ ਵੱਜੇਗਾ। ਤੂੰ ਪਗੜੀ ਦੀ ਬਾਤ ਪਾਉਣਾ ਹੈ ਔਰੰਗਜ਼ੇਬ, ਇੱਥੇ ਸਿੰਘ ਦੁਮਾਲੇ ਸਜਾਉਣਗੇ, ਮੇਰਾ ਗੁਰਮੇਲੂ 'ਚ ਦੁਮਾਲੜਾ। ਤੂੰ ਕਹਿੰਦਾ ਹੈ ਗੁਲਾਮ ਤਖਤ ਤੇ ਨਹੀਂ ਬਹਿੰਦੇ, ਕੇਸਗੜ੍ਹ ਦਾ ਤਖਤ ਦਿੱਲੀ ਦੇ ਤਖਤ ਨੂੰ ਉੱਚਾ ਬਣਾਇਆ ਹੈ, ਵੇਖ ਲੈ। ਸੋ ਹਰ ਹੁਕਮ ਅਗਰ ਔਰੰਗਜ਼ੇਬ ਦਾ ਕਿਤੇ ਕੱਟਿਆ ਗਿਆ ਹੈ, ਉਸ ਬੇਕਾਬੂ ਦਰਿਆ ਨੂੰ ਬੰਨ੍ਹ ਲਾਇਆ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਲਾਇਆ ਹੈ, ਦੂਜਾ ਕੋਈ ਨਹੀਂ ਲਾ ਸਕਿਆ। ਹੁਣ ਭਾਈ ਨੰਦ ਲਾਲ ਇਸੇ ਕਰਕੇ ਗੁਰਾਂ ਕੋਲ ਆਏ ਸਨ। ਖੈਰ, ਭਾਈ ਨੰਦ ਲਾਲ ਜੀ ਰਾਹੀਂ ਬਹਾਦਰ ਸ਼ਾਹ ਮਿਲਦਾ ਹੈ, ਮਹਾਰਾਜ ਮੈਂ ਹੱਕਦਾਰ ਹਾਂ ਤਖਤ ਦਾ, ਤੁਹਾਡਾ ਕਰਮ ਗੁਰੂ ਪੀਰੋ ਹੱਕ ਦਿਵਾਉਣਾ ਹੈ। ਠੀਕ ਹੈ, ਮੇਰੇ ਪਿਤਾ ਨੇ ਚੰਗੀ ਨਹੀਂ ਗੁਜ਼ਾਰੀ ਤੁਹਾਡੇ ਨਾਲ, 4 ਸਾਹਿਬਜ਼ਾਦੇ ਸ਼ਹੀਦ ਕੀਤੇ, ਤੂੰ ਦੁਨਿਆਵੀ ਬੰਦਾ ਤੇ ਇਸ ਜਗ੍ਹਾ ਤੇ ਹੋਵੇ ਤੇ ਬਦਲਾ ਲੈਣ ਲਈ ਮੇਰਾ ਕਤਲ ਕਰ ਦਵੇ, ਵੀ ਤੇਰੇ ਬਾਪ ਨੇ ਮੇਰੇ ਫਰਜ਼ੰਦ ਸ਼ਹੀਦ ਕੀਤੇ, ਮੈਂ ਤੈਨੂੰ ਨਹੀਂ ਛੱਡਾਂਗਾ, ਪਰ ਤੁਸੀਂ ਪੂਰੇ ਗੁਰੂ ਹੋ, ਤੁਸੀਂ ਨਿਰਵੈਰ ਹੋ, ਨਿਰਮਲ ਹੋ, ਹੱਕ ਮੇਰਾ ਹੈ, ਮੈਨੂੰ ਦਿਵਾਓ। ਗੁਰੂ ਪਾਤਸ਼ਾਹ ਨੇ ਹਾਂ ਕੀਤੀ ਹੈ, ਨਾਲ ਇਹ ਬਚਨ ਲਿਆ ਹੈ ਵੀ ਵਜ਼ੀਰ ਖਾਂ ਵਰਗੇ
ਸਿੱਖ ਪੰਥ ਤੇ ਇਨਸਾਨੀਅਤ ਤੇ ਜ਼ੁਲਮ ਕਰਨ ਵਾਲੇ ਜਿਹੜੇ ਅਫਸਰ ਨੇ ਸ਼ਾਹੀ, ਜਦੋਂ ਤੂੰ ਤਖਤ ਤੇ ਬਹਿ ਗਿਆ ਸਾਡੇ ਹਵਾਲੇ ਕਰਨੇ ਪੈਣਗੇ ਉਹ ਅਫਸਰ। ਸਿਆਸੀ ਬੰਦਿਆਂ ਦੇ ਤੁਹਾਨੂੰ ਪਤਾ ਵਾਅਦੇ ਇਦਾਂ ਦੇ ਹੀ ਹੁੰਦੇ ਨੇ, ਬਚਨ ਕਰ ਲਿਆ ਤੂੰ ਪਾਤਸ਼ਾਹ ਵੀ ਜਾਣੀ ਜਾਣ ਨੇ, ਪਰ ਇੱਥੇ ਹੱਕ ਦੀ ਗੱਲ ਉੱਠੀ। ਦੀਨ ਦੁਨੀਆ ਦੇ ਮਾਲਕ ਨੇ ਮੈਦਾਨੇ ਜੰਗ ਵਿੱਚ ਭਾਈ ਧਰਮ ਸਿੰਘ ਨੂੰ ਘੱਲਿਆ, ਕੁਝ ਸਿੰਘ ਦਿੱਤੇ, ਘਮਸਾਨ ਦਾ ਯੁੱਧ ਮਚਿਆ ਜਾਜੂ ਦੇ ਮੁਕਾਮ ਤੇ ਆਗਰੇ ਦੇ ਪਾਸ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਗਟ ਹੋਏ ਨੇ ਜਦੋਂ ਤਾਰਾ ਆਜ਼ਮ ਜੰਗ ਜਿੱਤ ਰਿਹਾ ਸੀ। ਕੁਝ ਤੀਰ ਚੱਲੇ, ਤਾਰਾ ਆਜ਼ਮ ਧਰਤੀ ਤੇ ਡਿੱਗਿਆ ਸਵਾਰੀ ਤੋਂ। ਲੱਖਾਂ ਦੀਆਂ ਫੌਜਾਂ ਦੌੜ ਉੱਠੀਆਂ ਜਦੋਂ ਜਰਨੈਲ ਡਿੱਗ ਪਿਆ। ਕਹਿੰਦੇ ਬਹਾਦਰ ਸ਼ਾਹ ਸਿਪਾਹੀਆਂ ਸਮੇਤ ਤਾਰਾ ਆਜ਼ਮ ਦੇ ਨੇੜੇ ਹੋਇਆ, ਦਾਵਾ ਕੀਤਾ ਹਰ ਇੱਕ ਨੇ, ਅਸੀਂ ਮਾਰਿਆ ਏ ਅਸੀਂ ਮਾਰਿਆ। ਜਦੋਂ ਤੀਰ ਵੇਖੇ ਸੋਨਾ ਜੜਤ ਤੋ ਭਾਈ ਧਰਮ ਸਿੰਘ ਕਹਿੰਦੇ ਕਲਗੀਧਰ ਦੇ ਤੀਰ ਨੇ। ਸਮਝ ਆ ਗਈ ਬਹਾਦਰ ਸ਼ਾਹ ਨੂੰ। ਦੇਖੋ ਗੁਰੂ ਦੀ ਅਜ਼ਮਤ ਹੈ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਜੋ ਮਰਜ਼ੀ ਕਰ ਸਕਦਾ ਹੈ। ਸ਼ਾਹਜ਼ਾਦਾ ਮੁਅੱਜ਼ਮ ਬਹਾਦਰ ਸ਼ਾਹ ਬਣ ਗਿਆ। ਆਗਰੇ ਮਜਲਸ ਰੱਖੀ ਗਈ ਹੈ, ਬੜੇ ਬੜੇ ਸੱਜਣ ਸੱਦੇ ਗਏ, ਜਿਹੜੇ ਰਾਜੇ ਪੱਖੀ ਸੀ ਸੱਦੇ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਿਉਂਦਾ ਮਿਲਿਆ ਹੈ। ਮਹਾਰਾਜ ਸ਼ਾਹੀ ਦਰਬਾਰ ਵਿੱਚ ਗਏ ਨੇ। ਜਾ ਕੇ ਬਹਾਦਰ ਸ਼ਾਹ ਨੂੰ ਵਧਾਈ ਦੇ ਕੇ ਵਾਅਦਾ ਪੂਰਾ ਕਰਨ ਲਈ ਕਿਹਾ। ਕਹਿੰਦਾ ਮਹਾਰਾਜ ਦੱਖਣ ਵੱਲ ਬਗਾਵਤ ਹੋ ਰਹੀ ਹੈ, ਮੈਂ ਉੱਧਰ ਨੂੰ ਜਾ ਰਿਹਾ, ਤੁਸੀਂ ਡੇਰਾ ਚੱਕੋ ਨਾਲ ਆਓ, ਰਸਤੇ ਵਿੱਚ ਚੱਲਦੇ ਹੋਏ ਬਚਨ ਬਲਾਸ ਕਰਾਂਗੇ ਇਸ ਮੁੱਦੇ ਤੇ। ਤੂੰ ਮਹਾਰਾਜ ਚੱਲ ਪਏ। ਮੁਅੱਜ਼ਮ ਆਪਣਾ ਡੇਰਾ ਅਮਲਾ ਫੈਲਾ ਲੈ ਕੇ ਜਾ ਰਿਹਾ ਹੈ, ਪਾਤਸ਼ਾਹ ਆਪਣੀ ਫੌਜ ਲੈ ਕੇ ਜਾ ਰਹੇ ਨੇ, ਸੰਗਤਾਂ ਨੂੰ ਤਾਰਦੇ ਜਾ ਰਹੇ ਨੇ। ਜਦੋਂ ਨੰਦੇੜ ਪਹੁੰਚੇ ਤੇ ਇੱਥੋਂ ਤਾਈਂ ਮਹਾਰਾਜ ਨੇ ਮਹਿਸੂਸ ਕੀਤਾ ਹੈ ਵੀ ਕਿਸੇ ਗੱਲ ਤੇ ਨਹੀਂ ਆ ਰਿਹਾ ਬਹਾਦਰ ਸ਼ਾਹ। ਇੱਥੋਂ ਜੁਦਾ ਹੋ ਗਏ ਵੀ ਤੂੰ ਜਾ ਦੱਖਣ ਵੱਲ ਅਗਾਂਹ ਜੋ ਕਰਨਾ ਹੈ ਗੋਲਕੁੰਡੇ ਵੱਲ ਕਰ, ਅਸੀਂ ਇੱਥੇ ਸੰਗਤਾਂ ਨੂੰ ਤਾਰਨਾ ਹੈ ਤੇ ਹਿਸਾਬ ਅਸੀਂ ਹੁਣ ਆਪ ਬਰਾਬਰ ਕਰ ਲੈਣਾ ਹੈ ਜ਼ੁਲਮ ਕਰਨ ਵਾਲਿਆਂ ਨਾਲ। ਇੱਥੋਂ ਫਿਰ ਮਹਾਰਾਜ ਦੀਨ ਦੁਨੀਆ ਦੇ ਮਾਲਕ ਨੰਦੇੜ ਪਹੁੰਚੇ, ਜਿੱਥੇ ਹਜੂਰ ਸਾਹਿਬ ਹੈ। ਪਾਤਸ਼ਾਹ ਸ਼ਿਕਾਰ ਨੂੰ ਚੜ੍ਹੇ ਸਨ। ਸ਼ਿਕਾਰ ਦੇ ਉੱਤੇ ਚੜ੍ਹੇ ਤੇ ਦੁਪਹਿਰ ਪਈ ਹੈ। ਮੈਂ ਫਿਰ ਬੇਨਤੀ ਕਰ ਦੇਵਾਂ, ਗੁਰੂ ਮੁਕਤੀ ਦਾ ਦਾਤਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਨਿਜਾਤ ਦੇਣ ਵਾਲਾ ਹੈ। ਜੋ ਵੀ ਉਹਦੇ ਹੱਥੋਂ ਮਰੇਗਾ ਉਹਨੂੰ ਮੁਕਤੀ ਮਿਲੇਗੀ। ਦੂਸਰਾ ਵੀਰ ਅਸੀਂ ਕਿਰਿਆ ਸ਼ਿਕਾਰ ਖੇਡਣਾ। ਗੁਰੂ ਇਜ਼ ਦਾ ਗਿਵਰ ਆਫ ਲਿਬਰੇਸ਼ਨ। ਨਿਜਾਤ ਦੇਣੀ ਗੁਰੂ ਦੇ ਹੱਥ ਵਿੱਚ ਹੈ, ਨਹੀਂ ਤੇ 84 ਲੱਖ ਜੂਨਾਂ ਦਾ ਗੇੜ ਪਿਆ ਰਹਿੰਦਾ ਹੈ। ਉਹ ਦੁਪਹਿਰ ਹੋਈ ਤੇ ਉੱਥੇ ਇੱਕ ਸਾਧ ਦਾ ਮੱਠ ਹੈ, ਡੇਰਾ ਹੈ, ਆਸਣ ਲੱਗਿਆ ਹੋਇਆ ਹੈ, ਚੇਲੇ ਵਾਲ ਕੇ ਫਿਰਦੇ ਤੁਰਦੇ ਨੇ। ਗੁਰੂ ਸਾਹਿਬ ਉੱਥੇ ਛਾਇਆ ਵਿੱਚ ਆਸਣ ਤੇ ਬਹਿ ਗਏ। ਕਾਫੀ ਸਿੰਘ ਨਾਲ ਨੇ। ਔਰੰਗਜ਼ੇਬ ਮਰਨ ਤੋਂ ਬਾਅਦ ਸ਼ਾਹਜ਼ਾਦਾ ਮੁਅੱਜ਼ਮ ਦੇ ਵਿੱਚ ਇਉਂ ਸਮਝ ਲਓ ਵੀ ਆਪਣੀ ਰੂਹ ਫੂਕ ਗਿਆ ਹੋਵੇ। ਉਹ ਬਗਾਵਤ ਦਬਾ ਰਿਹਾ ਹੈ। ਰੰਚਕ ਮਾਤਰ ਉਹਨੇ ਕਿਸੇ ਵੀ ਜਰਨੈਲ ਨੂੰ ਕੁਕਰਮ ਕਰਨੋਂ ਨਹੀਂ ਰੋਕਿਆ। ਕਲਗੀਧਰ ਨੇ ਪੈਂਤੜਾ ਬਦਲਿਆ ਹੈ ਵੀ ਹੁਣ ਹਿਸਾਬ ਆਪ ਕਰਨਾ ਪਵੇਗਾ। ਪਲੰਗੇ ਤੇ ਬੈਠੇ ਨੇ। ਹੁਣ ਇਹ ਜਾਣੀ ਜਾਣ ਪਾਤਸ਼ਾਹ ਸਮਝਦੇ ਨੇ ਵੀ ਇੱਥੇ ਜਿਹੜਾ ਸਾਧ ਹੈ ਨਾ ਉਹ ਕਰਾਮਾਤੀ ਹੈ, ਅਜ਼ਮਤੀ ਹੈ। ਉਹ ਚੇਲਿਆਂ ਆਖਿਆ ਜੀ ਸਾਡੇ ਮੁਰਸ਼ਦ ਦਾ ਪਲੰਗਾ ਹੈ, ਉਤਰੋ। ਉਧਰ ਮਾਧੋ ਦਾਸ ਨੂੰ ਸੁਨੇਹਾ ਲਾ ਦਿੱਤਾ ਤੇ ਉਹਨੇ ਫਿਰ ਕਰਾਮਾਤ ਵਿਖਾਈ। ਉਹ ਕਰਦਾ ਹੀ ਇੱਦਾਂ ਸੀ, ਸਾਧੂਆਂ ਨੂੰ ਸੰਤਾਂ ਨੂੰ ਕਰਾਮਾਤ ਨਾਲ ਮੂਧਿਆਂ ਸੁੱਟ ਲੈਂਦਾ ਸੀ, ਪਲੰਗਾ ਉਲਟਾ ਦਿਆ ਕਰਦਾ ਸੀ। ਜਦੋਂ ਉਹਨੇ ਕਲਗੀਧਰ ਨੂੰ ਦੇਖਿਆ ਲੋਹਾ ਲਾਖਾ ਹੋਇਆ ਵੀ ਮੇਰੇ ਪਲੰਗੇ ਤੇ
ਫਿਰ ਗੁੱਸੇ ਵਿੱਚ ਆ ਕੇ ਪੁਲੰਘਾ ਉਲਟਾਉਣ ਲਈ ਕਰਾਮਾਤ ਖੇਡੀ ਹੈ। ਕਵੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਦੇ ਨੇ, ਮੈਂ ਨਾਲੇ ਵੀ ਬੇਨਤੀ ਕਰ ਦੇਵਾਂ, ਦੁਨੀਆ ਵਿੱਚ ਸਭ ਤੋਂ ਲੰਬੇਰਾ ਕਾਵ ਰਚਨਾ ਦਾ ਇਤਿਹਾਸਿਕ ਗ੍ਰੰਥ ਸਮਝਿਆ ਗਿਆ ਹੈ ਮਹਾਭਾਰਤ, ਪਰ ਇੱਕ ਉਹਦੇ 'ਚ ਮੁਸ਼ਕਲ ਹੈ, ਉਹਦੇ ਵਿੱਚ ਕਾਫੀ ਮਿਲਾਵਟ ਹੈ। ਉਹਦੇ ਬਾਅਦ ਸਭ ਤੋਂ ਲੰਬੇਰਾ ਕਾਵ ਰਚਨਾ ਦਾ ਗ੍ਰੰਥ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਗੁਰਪ੍ਰਤਾਪ ਸੂਰਜ ਗ੍ਰੰਥ। ਬ੍ਰਿਜ ਭਾਸ਼ਾ, ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਹਿੰਦੀ, ਹਰ ਭਾਸ਼ਾ ਦੇ ਅਲਫਾਜ਼ ਨੇ, ਪਰ ਮੁੱਖ ਤੌਰ 'ਤੇ ਬ੍ਰਿਜ ਭਾਸ਼ਾ 'ਚ ਲਿਖਿਆ। ਉਹ ਆਉਂਦੀ ਜਾਂਦੀ ਭਾਸ਼ਾ ਹੁੰਦੀ ਨਹੀਂ ਹੈ ਪ੍ਰਚਾਰਕਾਂ ਨੂੰ, ਤੇ ਜਿਉਂ ਲੱਗਦੇ ਫਿਰ ਤਰਕ ਕਰਨਾ, ਆਹ ਲਿਖਿਆ, ਉਹ ਲਿਖਿਆ, ਇਹ ਲਿਖਿਆ। ਤੋ ਆਪਣਾ ਕਰਮ ਤੇ ਆ ਲਕੀਰ ਲੰਮੀ ਕਰੀਏ, ਬੇਨਤੀ ਵੀ ਕਰੀਦੀ ਆ, ਉਹ ਵਿਚਾਰ ਕਰੋ, ਨਹੀਂ ਸਮਝ ਕੁਝ ਸਮਝਾ ਦਿਓ ਸਾਨੂੰ, ਕੋਈ ਤੁਹਾਨੂੰ ਸਮਝਾਈਏ। ਪਰ ਅੱਗ ਲਾਊ ਜੰਤਰ ਜਿਹੜਾ ਹੁੰਦਾ ਨਾ, ਉਹ ਟਲਦਾ ਨਹੀਂ ਹੁੰਦਾ। ਸਿਆਣੇ ਬੰਦੇ ਪਤਾ ਕੀ ਕਰਦੇ ਨੇ, ਘਰ ਦਾ ਝਗੜਾ ਕਦੇ ਪੰਚਾਇਤ ਤੱਕ ਨਹੀਂ ਲਿਜਾਂਦੇ। ਕਮਲਾ ਬੰਦਾ ਹੀ ਬਦਨਾਮੀ ਖੱਟਦਾ ਹੈ। ਹੁਣ ਘਰ ਵਿੱਚ ਸਾਡੇ ਕਈ ਬਚਨ ਬਲਾਸ ਹੁੰਦੇ ਨੇ ਜਿਹੜੇ ਤੇ ਸਾਨੂੰ ਨੇਕਨਾਮੀ ਦਿਵਾਉਣਗੇ, ਵਡਿਆਈ ਦਿਵਾਉਣਗੇ, ਆਪਾਂ ਗਲੀ ਮੁਹੱਲੇ ਕਰ ਲੈਂਦੇ ਹਾਂ, ਜਿਹਦੇ 'ਚ ਸਾਡੀ ਬਦਨਾਮੀ, ਅਸੀਂ ਉਹ ਬਚਨ ਨਹੀਂ ਕਰਦੇ। ਅਖੇਰੀ ਇਤਿਹਾਸ 'ਚ ਆਹ ਲਿਖਿਆ, ਉਹ ਲਿਖਿਆ, ਉਹ ਲਿਖਿਆ ਤੇ ਬਹਿ ਕੇ ਗੱਲ ਕਰ। ਆ ਜਿਨ੍ਹਾਂ ਨੂੰ ਸੁਣਾ ਰਿਹਾ ਹੈ ਕਿਤੇ ਬ੍ਰਿਜ ਭਾਸ਼ਾ ਦੇ ਗਿਆਨੀ ਨੇ, ਆਉਂਦਾ ਆਪ ਨੂੰ ਕੁਝ ਨਹੀਂ ਹੈ, ਜਿਨ੍ਹਾਂ ਨੂੰ ਸੁਣਾ ਰਿਹਾ ਗੁੱਸਾ ਨਾ ਕਰਿਓ, ਸੰਗਤ ਵਿੱਚ ਕਿਹੜਾ ਗਿਆਨੀ ਹੈ ਬ੍ਰਿਜ ਭਾਸ਼ਾ ਦਾ। ਇਹ ਵਾਧੂ ਦੀਆਂ ਬਾਤਾਂ ਨੇ, ਕਿਸੇ ਨੂੰ ਸ਼ੰਕਾ ਹੋਵੇ ਤਾਂ ਕੱਢ ਲਿਆਇਆ ਕਰੂ ਲਿਖਿਆ ਕੀ ਹੈ, ਫਿਰ ਵਿਚਾਰ ਹੋ ਸਕਦੀ ਹੈ ਉਹਦੇ 'ਤੇ। ਪਰ ਇਹ ਨਹੀਂ ਵੀ ਤੁਸੀਂ ਟੀਵੀ ਦੇ ਉੱਤੇ ਬਾਹਾਂ ਹੁਲਾਰ ਕੇ ਆਪਣੇ ਧਰਮ ਦੀ ਭੰਡੀ ਕਰੋ, ਧਾਰਮਿਕ ਗ੍ਰੰਥਾਂ ਦੀ ਭੰਡੀ ਕਰੋ। 108 ਲਫ਼ਜ਼ ਲੱਗਦਾ ਨਾ ਸਨਾਤਨ ਮੱਤ ਦੇ ਸਾਧੂਆਂ ਨਾਲ, ਇੰਨੇ ਗ੍ਰੰਥ ਨੇ। ਉੱਦਾਂ ਤਾਂ ਕਿਤਾਬਾਂ ਬਹੁਤ ਹੁੰਦੀਆਂ ਨੇ, ਇੰਨੇ ਗ੍ਰੰਥ ਨੇ, ਇੰਨਾ ਕੁਝ ਸਨਾਤਨ ਮੱਤ ਦੇ ਗ੍ਰੰਥਾਂ 'ਚ ਲਿਖਿਆ। ਕਦੇ ਵੇਖਿਆ ਮੀਡੀਆ ਵਿੱਚ ਆਪਣੇ ਗ੍ਰੰਥਾਂ ਨੂੰ ਭੰਡਦੇ ਹੋਣ ਹਿੰਦੂ? ਜੇ ਵੇਖਿਆ ਹੋਵੇ ਤਾਂ ਦੱਸਿਓ। ਪਤਾ ਹੀ ਨਹੀਂ ਕਿੰਨੇ ਪ੍ਰਕਾਰ ਦੀ ਇਹ ਲਿਖ ਲਈ ਗਈ ਹੈ ਬਾਈਬਲ। 100 ਤੋਂ ਉੱਤੇ ਧੜਾ ਬਣਾਈ ਬੈਠੇ ਨੇ ਕ੍ਰਿਸਚਨ। ਆਪਣੇ ਤੇ 2 ਹੀ ਧੜੇ ਨੇ, ਇੱਕ ਸੰਪਰਦਾਈ ਨੇ ਤੇ ਇੱਕ ਉਹ ਤਰਕੀ ਹੁਣ ਪੈਦਾ ਹੋ ਗਏ, ਜਿਹੜੇ ਤਰਕ ਜਿਹਾ ਕਰਦੇ ਨੇ ਥੋੜ੍ਹੇ ਚਿਰ ਤੋਂ ਹੀ, 20 ਕੁ ਸਾਲਾਂ ਤੋਂ। ਇਸਲਾਮ ਵਿੱਚ 72 ਫਿਰਕੇ ਬਣੇ ਫਿਰਦੇ ਨੇ। ਸਾਡੇ 'ਚ ਤੇ ਬੜਾ ਥੋੜ੍ਹਾ ਹੈ ਝਗੜਾ। ਪਰ ਇਹ ਗੱਲ ਇਹ ਹੈ, ਕੁਝ ਸਿਆਣੀਆਂ ਗੱਲਾਂ ਦੂਜੇ ਧਰਮਾਂ ਤੋਂ ਸਿੱਖਣੀਆਂ ਪੈਂਦੀਆਂ ਨੇ। ਕਦੇ ਨਹੀਂ ਤੁਸੀਂ ਵੇਖਿਆ ਹੋਵੇਗਾ ਹਦੀਸ ਦੇ ਉੱਤੇ, ਕੁਰਾਨ ਦੇ ਉੱਤੇ ਮੁਸਲਮਾਨ ਮੀਡੀਆ ਵਿੱਚ ਜਾ ਕੇ ਵਾਹ-ਦਵਾ ਬੋਲੇ, ਹਿੰਦੂ ਆਪਣੇ ਗ੍ਰੰਥਾਂ ਦੇ ਬੋਲੇ, ਈਸਾਈ ਬਾਈਬਲ 'ਤੇ ਬੋਲੇ। ਇਹ ਸਿੱਖ ਹੀ ਕਿਉਂ ਬੋਲਦੇ ਨੇ? ਇਹ ਬੋਟੀ ਏਡੀ ਭਾਰੀ ਪਾ ਦਿੰਦੀਆਂ ਏਜੰਸੀਆਂ ਵੀ ਤੂੰ ਸਿੱਖ ਜਿਹੜੇ ਨੇ ਇਹਨਾਂ ਦਾ ਖਲਾਰਾ ਵਧਾ। ਆ ਜਿਹੜੀ ਆ ਜਮਾਤ ਆਈ ਹੈ ਤਰਕ ਕਰਨ ਵਾਲੀ, ਮੈਨੂੰ ਦੱਸੋ ਵੀ 20-25 ਸਾਲਾਂ ਤੋਂ ਪਹਿਲਾਂ ਆਪਣੇ 'ਚ ਕੋਈ ਝਗੜਾ ਸੀ ਬਾਹਰਲੇ ਮੁਲਕ? ਕੋਈ ਸੰਗਰਾਂਦਾਂ ਦਾ ਝਗੜਾ, ਕੋਈ ਮੱਸਿਆ ਪੁੰਨਿਆਂ 'ਤੇ ਝਗੜਾ, ਕੋਈ ਗੁਰਪੁਰਬ 'ਤੇ ਝਗੜਾ, ਕੋਈ ਜੋਤੀ ਜੋਤ 'ਤੇ ਝਗੜਾ, ਕੋਈ ਕਿਸੇ ਗ੍ਰੰਥ 'ਤੇ ਝਗੜਾ? ਨਹੀਂ। ਤਾਂ ਤੁਸੀਂ ਸਮਝਦੇ ਕਿਉਂ ਨਹੀਂ ਵੀ ਜਿਹੜੀ ਗੱਲ 400 ਸਾਲ ਵਿੱਚ ਕਦੇ ਨਹੀਂ ਹੋਈ, ਹੁਣ ਹੋ ਰਹੀ ਹੈ? ਗਲਤ ਕੌਣ ਹੈ? ਜੋ 400 ਸਾਲ ਤੋਂ ਸੰਪਰਦਾਈ ਪ੍ਰਚਾਰ ਕਰ ਰਹੇ ਨੇ, ਕਿ ਜਿਹੜੇ 2-4 ਕਿਤਾਬਾਂ ਪੜ੍ਹ ਕੇ ਨਕਲੀ ਬਣੇ ਪ੍ਰੋਫੈਸਰ ਪ੍ਰਚਾਰ ਕਰ ਰਹੇ ਨੇ? ਕਦੇ ਇਕੱਲੇ ਬਹਿ ਕੇ ਸੋਚਿਆ ਕਰੋ ਵੀ ਇਹ ਝਗੜੇ ਪਹਿਲਾਂ ਕਿਉਂ ਨਹੀਂ ਸਨ? 1996 ਤੋਂ ਪਹਿਲਾਂ ਕਿਉਂ ਨਹੀਂ ਸਨ? ਸੰਤ ਜਰਨੈਲ ਸਿੰਘ ਹੁਣਾਂ ਵੇਲੇ ਕਿਉਂ ਨਹੀਂ ਸਨ? ਇਹ ਤੇ ਠੀਕ ਹੈ ਵੀ ਸੰਤਾਂ ਦੀ ਡਾਂਗ ਕਾਇਮ ਸੀ, ਪਰ ਸੰਤਾਂ ਦੀ ਸ਼ਹਾਦਤ ਤੋਂ ਬਾਅਦ ਹੀ ਸਰਕਾਰਾਂ ਨੇ ਇਹ ਧਾਰ ਲਿਆ ਸੀ ਵੀ ਸੰਤ ਜਰਨੈਲ ਸਿੰਘ ਵਰਗੇ ਸਿੱਖ ਨਹੀਂ ਚਾਹੀਦੇ, ਠੰਡੇ ਠੰਡੇ ਸਿੱਖ ਚਾਹੀਦੇ ਨੇ। ਦਸਮ ਗਲੋਂ ਲਾ ਦਿਓ ਇਹਨਾਂ ਦਿਓ, ਇਤਿਹਾਸ ਗਲੋਂ ਲਾ ਦਿਓ, ਜੰਗਾਂ ਯੁੱਧਾਂ ਦਾ ਇਹਨਾਂ ਦਿਓ। ਇਹ ਮਾਲਾ ਲੈ ਕੇ ਬਹਿ ਜਾਣ ਤੇ ਜਪਜੀ ਪੜ੍ਹਿਆ ਕਰਨ। ਜਪਜੀ ਸਾਹਿਬ ਦੇ ਉਲਟ ਨਹੀਂ ਬੋਲਣਗੇ, ਮਾਲਾ ਦੇ ਉਲਟ ਨਹੀਂ ਬੋਲਿਆ ਜਾਵੇਗਾ। ਪ੍ਰੇਮ ਦੀ ਭਾਸ਼ਾ ਦੀ ਜਿੱਥੇ ਬਾਤ ਹੈ ਉੱਥੇ ਬਹੁਤਾ ਨਹੀਂ ਬੋਲਿਆ ਜਾਂਦਾ। ਜਿੱਥੇ ਡਾਂਗ ਦੀ ਗੱਲ ਚੱਲਦੀ ਹੈ, ਜਾਪ ਸਾਹਿਬ ਦੀ ਗੱਲ ਚੱਲਦੀ ਹੈ, ਜੰਗਾਂ ਯੁੱਧਾਂ ਦੀ ਗੱਲ ਚੱਲਦੀ ਹੈ, ਸਰਕਾਰਾਂ ਨੂੰ ਤੰਗੀ ਉੱਥੋਂ ਹੈ, ਤਰਕ ਉੱਥੇ ਸਾਧਿਆ ਜਾਂਦਾ ਹੈ। ਤੋ ਸਾਡੇ ਪੁਰਖੇ 400 ਸਾਲ ਤੋਂ ਮੂਰਖ ਨਹੀਂ ਸਨ ਜਿਹੜੇ ਇੱਕੇ ਵਿਚਾਰਧਾਰਾ 'ਤੇ ਤੁਰ ਰਹੇ ਸਨ ਤੇ ਅਸੀਂ ਜ਼ਿਆਦਾ ਸਿਆਣੇ ਹੋ ਗਏ। ਸੋ ਅੰਤਰ ਧਿਆਨ ਹੋ ਕੇ ਕਦੇ ਆਪਣੇ ਧਰਮ ਬਾਰੇ ਸੋਚਿਆ ਕਰੋ। ਮਹਾਬਲੀ ਗੁਰੂ ਗੋਬਿੰਦ ਸਿੰਘ ਪਲੰਘੇ 'ਤੇ ਬੈਠੇ ਆਪਣੀ
ਅਜ਼ਮਤ ਲਾਈ ਹੈ ਮਾਧੋ ਦਾਸ ਨੇ। ਕਹਿੰਦੇ ਭੂਤ ਪ੍ਰੇਤ ਵੀ ਵਰਤੇ। ਬਾਣੀ ਕਹਿੰਦੀ ਸਭ ਕੁਝ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਜ। ਮੈਂ ਬੇਨਤੀ ਕਰਦਾ ਹੁੰਨਾ, ਜੋ ਨਜ਼ਰੀ ਆਉਂਦਾ ਉਹ ਹੈ। ਬਜ਼ੁਰਗ ਦੀ ਨਿਗਾਹ ਨਹੀਂ ਹੁੰਦੀ, ਉਹਨੂੰ ਨਹੀਂ ਨਜ਼ਰੀ ਆਉਂਦਾ, ਤੇ ਇਹਦਾ ਮਤਲਬ ਇਹ ਨਹੀਂ ਵੀ ਦੁਨੀਆ ਨਹੀਂ ਵੱਸਦੀ। ਇਨਵਿਜ਼ੀਬਲ ਦੁਨੀਆ ਵੀ ਹੈ ਜੋ ਅੱਖਾਂ ਦਾ ਵਿਸ਼ਾ ਨਹੀਂ। ਮਹਾਰਾਜ ਤੇ ਕਹਿੰਦੇ ਇੰਨੀ ਕਰਾਮਾਤ ਹੁੰਦੀ ਹੈ ਕਈਆਂ ਵਿੱਚ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ, ਐਸੀਆਂ ਅਜ਼ਮਤਾਂ ਦੁਨੀਆ ਤੇ ਹੁੰਦੀਆਂ ਨੇ। ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਰਵਿਦਾਸ ਕਹਿੰਦੇ ਮੇਰੇ ਕੋਲ ਕਰਾਮਾਤਾਂ ਨੇ। ਹੋਰ ਜਗ੍ਹਾ ਵੀ ਆਉਂਦਾ, ਅਸ਼ਟ ਸਿੱਧ ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹੇ। ਜਿਹਦੇ ਕੋਲ ਨਾਮ ਹੈ, ਹੀ ਗੋਟ ਆਲ ਦਾ ਸੁਪਰ ਨੈਚੁਰਲ ਪਾਵਰਸ, ਮਿਰਾਕੂਲਸ ਪਾਵਰਸ, ਉਹਦੇ ਕੋਲ ਅਜ਼ਮਤਾਂ ਆ ਜਾਂਦੀਆਂ ਨੇ। ਮਾਧੋ ਦਾਸ ਨੇ ਵਿਖਾਈ ਸ਼ਕਤੀ, ਤੋ ਸ਼ਕਤੀ ਚੱਲ ਜਾਂਦੀ ਜੇ ਕੋਈ ਇਹਦੇ ਨੂੰ ਅਧੂਰਾ ਹੁੰਦਾ। ਇੱਥੇ ਤੇ ਕੁੱਲ ਕਾਇਨਾਤ ਦਾ ਖਸਮ ਬੈਠਾ ਹੈ ਪਲੰਘੇ ਤੇ, ਗੁਰੂ ਗੋਬਿੰਦ ਸਿੰਘ। ਰੰਚਕ ਮਾਤਰ ਪਲੰਘਾ ਨਾ ਹਿੱਲਿਆ। ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਥੇ ਫਿਰ ਬੇਅੰਤ ਕੌਤਕ ਵਿਖਾਏ ਨੇ, ਅਜ਼ਮਤਾਂ ਵਿਖਾਈਆਂ ਨੇ। ਬੰਦਾ ਸਿੰਘ ਬਹਾਦਰ ਕਿਵੇਂ ਬਣਦਾ ਹੈ, ਕਿਵੇਂ ਬਾਪੂ ਕਰਾਮਾਤ ਵਿੱਚ ਇਹਨੂੰ ਠਿੱਠ ਕਰਦਾ ਹੈ, ਫਿਰ ਗਿਆਨ ਦੀ ਬਾਤ ਪਾਉਂਦਾ ਹੈ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਉਸ ਸੂਰੇ ਦੀ ਸ਼ਹਾਦਤ ਵੱਲ ਨੂੰ ਵਧਦੇ ਹੋਏ ਬਿਆਨ ਕਰਾਂਗੇ। ਘੰਟੇ ਤੋਂ ਤਕਰੀਬਨ ਉੱਪਰ ਸਮਾਂ ਹੋ ਚੁੱਕਿਆ ਹੈ। ਆਪ ਸੰਗਤਾਂ ਬੜੀ ਇਕਾਗਰਤਾ ਨਾਲ ਬੈਠੇ ਹੋ। ਕੱਲ੍ਹ ਦੇ ਦੀਵਾਨਾਂ ਵਿੱਚ ਇਸ ਇਤਿਹਾਸ ਨੂੰ ਅੱਗੇ ਲੈ ਕੇ ਚੱਲਾਂਗੇ ਜੀ। ਭੁੱਲ ਚੁੱਕ ਦੀ ਖਿਮਾ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਇਤਿਹਾਸ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਇਤਿਹਾਸ ਨੂੰ ਬੜੇ ਹੀ ਪਿਆਰ ਦੇ ਨਾਲ ਦੂਸਰੇ ਨਾਲ ਇਤਿਹਾਸ ਨੂੰ ਪੈਰਲਲ ਰੱਖ ਕੇ ਉਦਾਹਰਨਾਂ ਦੇ ਕੇ ਜੋ ਆਪਾਂ ਨੂੰ ਜਿੱਥੋਂ ਤੱਕ ਇਤਿਹਾਸ ਅੱਜ ਆਇਆ ਹੈ, ਬਾਕੀ ਦਾ ਆਪਾਂ ਕੱਲ੍ਹ ਸਰਵਣ ਕਰਾਂਗੇ। ਇਸੇ ਤਰ੍ਹਾਂ ਹੀ ਬਾਬਾ ਬੰਤਾ ਸਿੰਘ ਜੀ ਜੋ ਉਸ ਪਰਿਵਾਰ 'ਚੋਂ ਹਨ, ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਪਰਿਵਾਰ ਦੇ ਵਿੱਚੋਂ। ਬਹੁਤ ਵੱਡਾ ਇਤਿਹਾਸ ਹੈ ਇਸ ਪਰਿਵਾਰ ਦਾ। ਆਪਾਂ ਭਾਗਾਂ ਵਾਲੇ ਹਾਂ ਜੋ ਕਿ ਆਪਾਂ ਨੂੰ ਸੰਗਤ ਮਿਲਦੀ ਹੈ ਮਹਾਰਾਜ ਜੀ ਦੇ ਨਾਲ ਜੁੜੀਆਂ ਹੋਈਆਂ ਬਹਾਦਰ ਰੂਹਾਂ ਦੀਆਂ। ਸੋ ਗੁਰੂ ਪਿਆਰਿਓ, ਇਸੇ ਤਰ੍ਹਾਂ ਆਪ ਜੀ ਨੇ ਕੱਲ੍ਹ ਜ਼ਰੂਰ ਸਮੇਂ ਸਿਰ ਪਹੁੰਚਣਾ। ਸਵੇਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਔਰ ਪਰਿਵਾਰ ਵੱਲੋਂ ਬੇਨਤੀ ਹੈ, ਗੁਰਮੁਖ ਪਰਿਵਾਰ ਵੱਲੋਂ, ਗਾਰਾ ਪਰਿਵਾਰ ਵੱਲੋਂ, ਸੰਗਤ ਦੇ ਚਰਨਾਂ 'ਚ ਸਮੇਂ ਸਿਰ ਪਹੁੰਚ ਕੇ ਜਿੱਥੇ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਸ਼ਾਮਲ ਹੋਣਾ ਹੈ, ਉਸ ਤੋਂ ਬਾਅਦ ਉਪਰੰਤ ਕੀਰਤਨ ਅਤੇ ਕਥਾ ਵਿਚਾਰਾਂ 'ਚ ਆਪ ਜੀ ਨੇ ਜ਼ਰੂਰ ਯਤਨ ਕਰਨਾ, ਜੋ ਆ ਸਕਣ ਹੋਰ ਵੀ ਪ੍ਰਾਣੀਆਂ ਤੱਕ ਇਹ ਸੁਨੇਹਾ ਪਹੁੰਚਾਉਣ ਦਾ। ਸੋ ਆਓ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਹੋਏਗਾ, ਅਰਦਾਸ ਹੋਏਗੀ ਔਰ ਮਹਾਰਾਜ ਜੀ ਬਖਸ਼ਿਸ਼ ਕਰਨ। ਆਪ ਜੀ ਜੋ ਚੱਲ ਕੇ ਆਉਂਦੇ ਹੋ, ਮਹਾਰਾਜ ਜੀ ਦੇ ਦਰਬਾਰ 'ਚ ਬਹਿੰਦੇ ਹੋ, ਸਤਿਗੁਰ ਆਪ ਜੀ ਦੀਆਂ ਨਾਮ ਦੇ ਨਾਲ ਝੋਲੀਆਂ ਭਰਨ, ਹਮੇਸ਼ਾ ਚੜ੍ਹਦੀਆਂ ਕਲਾ 'ਚ ਰੱਖਣ ਔਰ ਆਪਣੇ ਦਰ ਦੇ ਨਾਲ ਹੋਰ ਪਿਆਰ ਵਧਾਉਣ, ਤਾਂ ਕਿ ਜੀਵਨ ਸਫਲ ਕਰਕੇ ਸੰਸਾਰ ਤੋਂ ਆਪਾਂ ਜਾ ਸਕੀਏ। ਮਹਾਰਾਜ ਜੀ ਦਾ ਕੋਟਾ ਅਨਕੋਟ ਸ਼ੁਕਰਾਨਾ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ, ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀ, ਤੇਰੀ ਰਾਸ ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮਹਿ ਸੁਖ ਕੋਇ ਨ ਜਾਣੈ, ਤੁਮਰਾ ਅੰਤ ਉਚੇ ਤੇ ਊਚਾ ਭਗਵਾਨ। ਸਗਲ ਸਮਗਰੀ ਤੁਮਰੈ ਸੂਤਰ ਧਾਰ, ਤੁਮ ਤੇ ਹੋਏ ਸੁਆਗਿਆ ਕਾ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਹ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨੌ ਨਿਧ ਆਵੈ ਧਾਇ।
ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਅੰਮ੍ਰਿਤ ਕੇ ਦਾਤੇ, ਜਗਤ ਗੁਰੂ ਪੰਥ ਦੇ ਬਾਲੀ, ਦੇਗ ਤੇਗ ਦੇ ਧਨੇ, ਸਰਬੰਸ ਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਣਾ ਜੀ ਸਹਾਏ, ਸਭ ਥਾਈ ਹੋਣਾ ਜੀ ਸਹਾਏ। ਦਸੋ ਪਾਸੇ ਗਿਆਨ ਸਰੂਪ, ਕਲਯੁਗ ਕੀ ਓਟ, ਬਾਣੀ ਕੇ ਬੋਹੇ, ਚਵਰਾਂ ਤਖਤਾਂ ਦੇ ਮਾਲਕ, ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਸਤਿਗੁਰਾਂ ਦੇ ਸਾਜ ਨਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ। ਦੇਗ ਚਲਾਈ ਤੇਗ ਬਾਹੀ, ਦੇਖ ਕੇ ਅੰਡਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਘਾਲ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ੀਸ਼ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਸਮੂਹ ਪੁਰਾਤਨ ਅਤੇ ਵਰਤਮਾਨ ਦੇ ਸ਼ਹੀਦਾਂ ਸਿੰਘਾਂ ਸਿੰਘਣੀਆਂ, ਭੁਜੰਗੀਆਂ ਭੁਜੰਗਣਾਂ ਦੀ ਘਾਲ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਾਵੈ ਚਿਤ ਆਵਨ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈ ਜੈਕਾਰ। ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤ ਪਤ ਦਾ ਰਾਖਾ ਆਪ। ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਤਰ ਅਰਦਾਸ ਬੇਨਤੀ ਜੋਦੜੀ ਹੈ। ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਭੀ ਤੇਰੇ ਚੇਰੇ ਰਾਮ। ਸਤਿਗੁਰੂ ਜੀਓ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਰਹਿਮਤ ਦਇਤ ਸਦਕਾ ਦਿਨ ਦਾ ਸਮਾਪ ਜੀ ਦੇ ਨਾਮ ਬਾਣੀ ਭਰੋਸੇ ਵਾਲਾ ਸੁਖ ਆਨੰਦ ਨਾਲ ਬਤੀਤ ਹੋਇਆ। ਸਾਂਝ ਦੇ ਦੀਵਾਨ ਪ੍ਰਾਰੰਭ ਹੋਏ, ਦੀਵਾਨਾਂ ਅੰਤਰ ਸਤਿਗੁਰੂ ਜੀਓ ਆਪ ਜੀ ਦੀ ਅੰਮ੍ਰਿਤਮਈ ਇਲਾਹੀ ਗੁਰਬਾਣੀ, ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਆਰਤਾ ਸ਼ਬਦ ਕੀਰਤਨ ਹੋਏ। ਇਤਿਹਾਸਕ ਵਿਚਾਰਾਂ ਹੋਈਆਂ। ਸਤਿਗੁਰੂ ਜੀਓ ਆਪ ਜੀ ਦੀ ਅੰਮ੍ਰਿਤਮਈ ਇਲਾਹੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਇਆਂ, ਕੀਰਤਨ ਕਰਦਿਆਂ ਹੋਇਆਂ, ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਨੇ। ਅਣਜਾਣ ਬੱਚੇ ਸਮਝ ਕੇ ਬਖਸ਼ ਲੈਣ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਸੁੱਧ ਸੇਵਾ ਕਰਨ ਦਾ, ਸੁੱਧ ਗੁਰਬਾਣੀ ਪੜ੍ਹਨ ਸੁਣਨ ਦਾ, ਬਾਲ ਉਦਮ ਬਖਸ਼ਿਸ਼ ਕਰਨਾ, ਪੜ੍ਹੀ ਸੁਣੀ ਗੁਰਬਾਣੀ ਅੱਖਰ ਲਾਗ ਮਾਤਰ ਸੋਧ ਕਰਕੇ ਸੱਚਖੰਡ ਵਿੱਚ ਪ੍ਰਵਾਨ ਕਰਨੀ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈਆਂ ਹੋਈਆਂ ਸਿੱਖ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ। ਸਤਿਗੁਰੂ ਜੀਓ ਸਰਬੱਤਰ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਹੋਇਆ ਕਦਮ ਕਦਮ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੰਗਤਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਗੁਰ ਸਥਾਨਾਂ ਅਤੇ ਖਾਲਸਾ ਪੰਥ ਦੀ ਸदैव ਚੜ੍ਹਦੀ ਕਲਾ ਕਰਨੀ। ਗਰੀਬ ਨਿਵਾਸ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸਾਦ ਦੀ ਦੇਗ ਸਜ ਕੇ ਹਾਜ਼ਰ ਹੋਈ ਹੈ। ਆਪ ਜੀ ਭੋਗ ਲਾਵਹੁ, ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵਹੁ ਭੋਗ ਹਰ ਰਾਏ। ਲੱਗਿਆ ਸੀਤ ਪ੍ਰਸਾਦ ਸਾਧ ਸੰਗ ਵਿੱਚ ਵਰਤੇ, ਕਲਾਪ ਜੀ ਕੀ ਵਰਤੇ, ਜੋ ਵੀ ਛਕੇ ਸੋ ਵਾਹਿਗੁਰੂ 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 ਜਪੇ। ਕਰੋ ਕਿਰਪਾ ਸਤਿਗੁਰੂ ਜੀ, ਆਪ ਆਪਣੇ ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ।
ਉਪਰੰਤ ਆਪ ਜੀ ਦੀ ਪਾਵਨ ਪਵਿੱਤਰ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਮਿਲੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨੀਐ, ਜੋ ਪ੍ਰਭ ਕੋ ਮਿਲਿਓ ਚਾਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਹਿਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵੰਦੇ। ਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ ਸੀ ਸੋ ਹਮਰੀ ਰਛਿਆ ਕਰੇ। ਗੁਰ ਕਲ ਸੋ ਹਮਰੀ ਰਸਿਆ ਕਰੀ। ਬੋਲੇ ਸੋ ਨਿਹਾਲ। ਸਤਨਾਮ। ਵਾਹਿਗੁਰੂ ਸਾਹਿਬ ਜੀ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ। ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ। ਜਾ ਕਾ ਸਤ ਗੁਰ ਪੂਰਾ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ। ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ। ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ। ਜਾ ਕਾ ਸਤ ਗੁਰ ਪੂਰਾ, ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ। ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕੈ। ਜਾ ਕਾ ਸਤ ਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ। ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀਅਰੈ। ਸੰਗ ਪੁਨੀਤਾ ਦੇਹੀ,
ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ। ਜਨ ਕੇ ਚਰਨ ਵਸੈ ਹੈ ਮੇਰੇ ਹੀਅਰ, ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕੈ ਸੁਖ ਏਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਵ ਨ ਲਗਈ ਪਾਰ, ਬ੍ਰਹਮ ਸਰਨਾਈ। ਚੌਗਿਰਦ ਹਮਾਰੇ RAM, ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। RAM ਨਾਮ ਔਖਦ ਦੀਆ, ਏਕਾ ਲਿਵ ਲਾਈ। ਰਹਾਉ ਰਾਖ ਲੀਏ ਤੇ ਰਖਣਹਾਰ, ਸਭ ਬੈਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸ਼ਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹਉ ਅਣਾ ਤੂੰ, ਅਣਹਿ ਛੁਟਹਿ ਨਿਕਟ ਨਾ ਜਾਇਓ ਦੂਤ। ਸ਼ਲੋਕ ਮਹੱਲਾ ਪੰਜਵਾ। ਮਨ ਮੈਂ ਚਿਤਵ ਚਿਤਵ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾਇਆ ਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ। ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜ ਸੰਭਾਲੀਆਂ ਦੇਖੈਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸਦਨਹਾਰਾ ਸਿਮਰਿਐ ਨਾਨਕ ਸੇ ਦੇਹਿਆ ਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ ਬਾਬਾ। ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਘੜੀਆ ਪਹਿਰਾ ਥਿਤੀ ਵਾਰੀ। ਮਾਹੋ ਹੋਆ ਸੂਰਜ ਏਕੋ ਰੁਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕੋ। ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ। ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ। ਹੋਏ ਜਾਤੇ ਤੇਰਾ ਨਾਇ ਵਾਸਾਰਾ। ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ। ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਬੈ ਦੁਖ ਪਾਵੈ। ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ। ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ। ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬਿਨੰਤੀ ਸੁਨੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ। ਇਹਾਂ ਖਾਟ ਚੱਲੋ ਹਰ ਲਾਹਾ। ਆਗੇ ਬਸਨ ਸੋਹੇਲਾ। ਔਦ ਘਟੈ ਦਿਨ ਸਰੈ ਨਾਰੇ। ਮਨ ਗੁਰ ਮਿਲ ਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀਆਵੈ ਇਹੋ ਰਸ। ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ। ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ। ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ। ਮੋਕਉ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ। ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ। ਮੋਕਉ ਕਰ ਸੰਤਨ ਕੀ ਤੂਰੇ।